बुरा नहीं सब भला ही है रे, 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 हार नहीं सब जीते, हार नहीं सब जीते, हार नहीं सब जीते, हार नहीं सब जीते, दुख नहीं सब सुख ही है रे, दुख नहीं सब सुख ही है रे। जालो ऐसी रीत, हाँ जालो ऐसी रीत, जालो ऐसी रीत, जालो ऐसी रीत, जित में प्यारा विसरे, विसरे, जित में प्यारा विसरे, जालो ऐसी रीत, जालो ऐसी रीत, जालो ऐसी रीत, जालो ऐसी रीत, नानक साई भली परीत, नानक साई भली परीत, नानक साई भली परीत, नानक साई भली परीत, जित साहेब सेती पत्र है, जित साहेब सेती पत्र है, जालो ऐसी रीत, 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 जालो ऐसी रीत। वाहिगुरु। तेग बहादुर सिमरिए, तेग बहादुर सिमरिए, कारणों ने द्वार ताए, कारणों ने दुआवे ताए, कारणों ने द्वावे ताए, कारणों ने दुआवे ताए, सब थाई होए सहाय, सब थाई होए सहाय, सब थाई होए सहाय, सब थाई होए सहाय, तेग बहादुर सिमरिए, तेग बहादुर सिमरिए, तेग बहादुर सिमरिए। वाहिगुरु। वड्डा तेरा दरबार सच्चा
ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛਤ ਪੌੜੀ ਵੱਡੀ ਵੱਡਾ ਭਾਰ ਤੇਰਾ ਮਰਤਬਾ ਰੰਗ ਪ੍ਰੰਗ ਨਿਗਨ ਜਪਨ ਕਰਤਬਾ ਜੀ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਾਸਤੇ ਰੱਖ ਭਲਾ ਤੇਰੇ ਕਰ ਆਨੰਦ ਉਠਾਈ ਤੁਧ ਕਰ ਮਾਣ ਮਹਤਾਂ ਤੇ ਆਪਣਾ ਬਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸ ਦਾਸ ਤੁਤੇ ਆਗੇ ਬਿਨਵਤਾ ਵਾਹਿਗੁਰੂ ਪੌੜੀ ਵੱਡੀ ਵੱਡਾ ਅਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨਾ ਜਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਾਸਤੇ ਰੱਖ ਹਰ ਭਲਾ ਤੇਰੇ ਕਰ ਆਨੰਦ ਉਦਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਦਤ ਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰੀਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਤਾਰੋ ਤਾਰਾ ਪਰ ਪੁੰਨ
ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਦਿਓਤ ਕਰ ਚੰਡ ਮਹਿ ਨੀਤ ਨਿਪ ਦੰਡ ਮਹਿ ਦਾਨ ਗਜ ਗੰਡ ਮਹਿ ਸ਼ੋਭਤ ਅਪਾਰ ਹੈ। ਹਵੀ ਜਿਮ ਖੀਰ ਮਹਿ ਧੀਰ ਜਿਮ ਬੀਰ ਮਹਿ ਸੀਰ ਜਿਮ ਲੀਰ ਮਹਿ ਹੋਤ ਸੁਖ ਕਾਰ ਹੈ। ਜੌਨ ਜਿਮ ਇੰਦ ਮਹਿ ਗੰਧ ਯਾਰ ਬਿੰਦ ਮਹਿ ਮੋਖ ਤਦ ਬਿੰਦ ਮਹਿ ਜਾਨ ਨਿਰਤਾਰ ਹੈ। ਸਵੱਛ ਜਸ ਦਾਨ ਮਹਿ ਤਾਨ ਜਿਮ ਗਾਨ ਮਹਿ ਗ੍ਰੰਥ ਗੁਰ ਗਿਆਨ ਮਹਿ ਤੈਸੇ ਰਸ ਸਾਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿੱਚ ਜੁੜ ਕੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਮਹਾਕਵੀ ਕਵਿਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦਾ ਅਨੁਵਾਦ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਬਾਲ ਲੀਲਾ ਦੇ ਚੋਜ ਚੱਲ ਰਹੇ ਹਨ। ਗੋਪਾਲ ਪਾਂਧੇ ਨੂੰ ਉਪਦੇਸ਼ ਦੇ ਕੇ ਤੇ ਇਸ ਨੂੰ ਆਤਮ ਗਿਆਨ ਦਾ ਸਾਖਸ਼ਾਤਕਾਰ ਕਰਵਾਇਆ ਹੈ। ਪਾਂਧਾ ਮਹਾਰਾਜ ਜੀ ਦੇ ਚਰਨੀ ਢਹਿ ਕੇ ਨਮਸਕਾਰ ਕਰਦਾ ਹੈ ਔਰ ਬੇਨਤੀ ਕਰਦਾ, ਸਤਿਗੁਰੂ ਅਲਪੱਗ ਪੁਣੇ ਵਿੱਚ ਅਗਿਆਨਤਾ ਵਸ ਮੈਂ ਆਪ ਜੀ ਦੇ ਸਨਮੁਖ ਬੋਲਿਆ ਹਾਂ, क्षमा कर देना महाराज। कृपा करियो मैनू अपने चरणों की सिक्खी का दान बख्शो और अपना सेवक बनाओ। तुसी मेरे गुरुदेव हो, दया करके मेरे हिरदे विच आत्म ज्ञान की सोझी आप जी ने प्रदान की है। गोपाल पांधे नूं करतार्थ करके जगत गुरु पातशाह जी महाराज पाठशाला तो वापस अपने महलों च अपने घर आए हैं। अगला प्रकरण प्रसंग प्रारंभ हो रहा है। श्री गुरु नानक प्रकाश ग्रंथ के पुरबारद का यह 7वां अध्याय है। सरवण करन तो पहला, क्योंकि पहला मंगलाचरण हो रहा है श्री गुरु ग्रंथ साहब सच्चे पातशाह का, धन गुरु ग्रंथ साहब जी महाराज जी के मंगल विच जुड़िए। हाजरियां लवाओ ते आखो जी सतनाम श्री वाहेगुरु साहिब जी। सतनाम श्री वाहेगुरु साहिब जी। कबित द्योत कर चंड मह नीत नृप दंड मह। कहंदे जिवें सूरज दे विच ओहदा तेज है, द्योत नाम है सूरज दा। कहते जिवें सूरज की धुप सूरज नालों वखरी नहीं, उहदे विच ही हुंदी है ना, उहदा तेज सूरज दा
ਉਹਦੇ ਵਿੱਚ ਹੀ ਹੈ ਨੀਤ ਨਿਰਪ ਦੰਡ ਮਹਿ। ਅਗਰ ਕੋਈ ਰਾਜਾ ਕਿਸੇ ਨੂੰ ਦੰਡ ਦਿੰਦਾ ਹੈ ਤਾਂ ਉਸ ਰਾਜੇ ਦੇ ਦਿੱਤੇ ਦੰਡ ਦੇ ਵਿੱਚ ਨੀਤੀ ਹੁੰਦੀ ਹੈ, ਉਹਦੇ ਵਿੱਚ ਮਿਲੀ ਹੁੰਦੀ ਹੈ। ਹਾਂਜੀ। ਦਾਨ ਗਜ ਗੰਡ ਮਹਿ ਸ਼ੋਭਤ ਅਪਾਰ ਹੈ। ਗਜ ਕਹਿੰਦੇ ਨੇ ਹਾਥੀ ਨੂੰ। ਹਾਥੀ ਦੇ ਜਿਹੜੇ ਗੰਢ ਸਥਲ ਹੁੰਦੇ ਨੇ ਕੰਨਾਂ ਦੇ ਕੋਲ, ਉਹਨਾਂ ਵਿੱਚੋਂ ਕਹਿੰਦੇ ਆ ਨਸ਼ਾ ਚੋਂਦਾ। ਦਾਨ ਦਾ ਮਤਲਬ ਹੁੰਦਾ ਚੋਣਾ। ਉਹਦੇ ਗੰਢ ਸਥਲਾਂ ਦੇ ਵਿੱਚੋਂ ਕੰਨਾਂ ਦੇ ਕੋਲੋਂ ਕਹਿੰਦੇ ਆ ਵੀ ਨਸ਼ਾ ਜਿਹੜਾ ਹੈ ਉਹ ਚੋਂਦਾ। ਉਹਦੇ ਵਿੱਚ ਉਹਦੀ ਮਸਤੀ ਦੇ ਵਿੱਚ ਹਾਥੀ ਟੁਰਦਾ ਝੂਲ ਕੇ। ਜਦੋਂ ਚੱਲਦਾ ਨਾਲ, ਜੇ ਖਲੋਤਾ ਵੀ ਹੋਵੇ ਤਾਂ ਸਿਰ ਹਿਲਾਈ ਜਾਂਦਾ ਹੁੰਦਾ ਸੱਜੇ ਖੱਬੇ, ਇੱਦਾਂ ਉਹ ਸਿਰ ਹਿਲਾਈ ਜਾਂਦਾ। ਉਹਦਾ ਕਾਰਨ ਹੈ ਕਿ ਉਹਦੇ ਕੰਨਾਂ ਦੇ ਕੋਲ ਇੱਕ ਨਸ਼ਾ ਹੁੰਦਾ, ਉਸ ਨਸ਼ੇ ਨੂੰ ਉਹ ਮਾਣਦਾ ਰਹਿੰਦਾ। ਕਹਿੰਦੇ ਜਿਵੇਂ ਹਾਥੀ ਦੇ ਕੰਨਾਂ ਦੇ ਕੋਲ ਗੰਢ ਸਥਲ ਦੇ ਕੋਲ ਰਸ ਵਸਦਾ, ਜਿਹਨੂੰ ਨਸ਼ਾ ਕਹਿੰਦੇ ਆ, ਮਧਰਾ ਕਹਿੰਦੇ ਆ, ਉਹ ਵਸਦੀ ਹੈ। ਹਵੀ ਜਿਮ ਖੀਰ ਮਹਿ ਧੀਰ ਜਿਮ ਬੀਰ ਮਹਿ। ਜਿਵੇਂ ਖੀਰ ਕਹਿੰਦੇ ਨੇ ਦੁੱਧ ਨੂੰ, ਹਵੀ ਕਹਿੰਦੇ ਆ ਮੱਖਣ ਨੂੰ। ਕਹਿੰਦੇ ਜਿਵੇਂ ਦੁੱਧ ਦੇ ਵਿੱਚ ਮੱਖਣ ਵਸਦਾ ਹੈ, ਨਜ਼ਰ ਭਾਵੇਂ ਨਹੀਂ ਆਉਂਦਾ ਪਰ ਰਹਿੰਦਾ ਤਾਂ ਵਿੱਚ ਹੈ ਨਾ, ਰਿੜਕੇ ਤੇ ਪ੍ਰਗਟ ਹੁੰਦਾ ਹੈ। ਕਹਿੰਦੇ ਜਿਵੇਂ ਦੁੱਧ ਦੇ ਵਿੱਚ ਮੱਖਣ ਵਸਦਾ ਹੈ, ਔਰ ਜਿਵੇਂ ਕਿਸੇ ਵੀਰ ਯੋਧੇ ਵਿੱਚ ਵੀਰਤਾ ਵਸਦੀ ਹੈ, ਧੀਰਜ ਵਸਦਾ। ਕਿਉਂਕਿ ਸੂਰਮਾ ਉਹੀ ਹੈ ਜਿਹਦੇ 'ਚ ਧੀਰਜ ਹੋਵੇ। ਬਿਨਾਂ ਧੀਰਜ ਤੋਂ ਸੂਰਮਾ ਜੰਗ ਦੇ ਮੈਦਾਨ 'ਚ ਲੜ ਹੀ ਨਹੀਂ ਸਕਦਾ। ਕਹਿੰਦੇ ਜਿਹੜਾ ਵੀਰ ਯੋਧਾ ਹੁੰਦਾ ਹੈ ਉਹਦੇ ਅੰਦਰ ਧੀਰਜ ਵਸਦਾ ਹੈ। ਸੀਰ ਜਿਮ ਨੀਰ ਮਹਿ ਹੋਤ ਸੁਖਕਾਰ ਹੈ। ਔਰ ਜਿਵੇਂ ਪਾਣੀ ਦੇ ਵਿੱਚ ਪਾਣੀ ਦੀ ਸ਼ੀਤਲਤਾ ਵਸਦੀ ਹੈ, ਉਹ ਪਾਣੀ ਤੋਂ ਵੱਖਰੀ ਤਾਂ ਨਹੀਂ ਹੁੰਦੀ। ਪਾਣੀ ਦੀ ਸ਼ੀਤਲਤਾ ਜਿਵੇਂ ਪਾਣੀ ਦੇ ਵਿੱਚ ਵਸਦੀ ਹੈ। ਜੌਨ ਜਿਮ ਇੰਦ ਮਹਿ ਗੰਧ ਅਰ ਬਿੰਦ ਮਹਿ। ਚੰਦਰਮਾ ਦੀ ਚਾਨਣੀ ਉਹਦੇ ਵਿੱਚ ਵਸਦੀ ਹੈ, ਉਹਦੇ ਤੋਂ ਵੱਖਰੀ ਨਹੀਂ ਹੈ। ਜਿਵੇਂ ਚੰਦਰਮਾ ਦੀ ਚਾਨਣੀ ਉਹਦੇ ਵਿੱਚ ਵਸਦੀ ਹੈ, ਜਿਵੇਂ ਕਮਲ ਦੇ ਫੁੱਲ ਦੇ ਵਿੱਚ ਸੁਗੰਧੀ ਵਸਦੀ ਹੈ। ਮੋਖ ਤਦ ਬਿੰਦ ਮਹਿ ਜਾਨ ਨਿਰਧਾਰ ਹੈ। ਔਰ ਜਿਹੜਾ ਤਤ ਨੂੰ ਜਾਣਨ ਵਾਲਾ, ਉਹਦੇ ਅੰਦਰ ਮੁਕਤੀ ਵਸਦੀ ਹੈ, ਇਹ ਜਾਣ ਲਵੋ। ਸਵੱਛ ਜਸ ਦਾਨ ਮਹਿ ਤਾਨ ਜਿਮ ਗਾਨ ਮਹਿ। ਕਹਿੰਦੇ ਜਿਵੇਂ ਦਾਨ ਕਰਨ ਦੇ ਵਿੱਚ ਸਵਸਥ ਵਸਦੀ ਹੈ, ਯਾਨੀ ਕਿ ਜਿਹੜਾ ਦਾਨ ਕਰਦਾ ਉਹਦੀ ਕਲਿਆਣ ਸੁੱਤੇ ਸਿੱਧ ਹੋ ਜਾਂਦੀ ਹੈ। ਕਹਿੰਦੇ ਜਿਵੇਂ ਦਾਨ ਕਰਨ ਵਾਲੇ ਵਿੱਚ ਸਵੱਛਤਾ, ਜਿਹਨੂੰ ਆਪਾਂ ਜਸ ਕਹਿੰਦੇ ਆ, ਸੋਭਾ ਕਹਿੰਦੇ ਆ, ਉਹ ਦਾਨ ਕੀਤਿਆਂ ਜਸ ਹੁੰਦਾ ਨਾ। ਜਿਹੜਾ ਦਾਨੀ ਹੁੰਦਾ ਉਹਦਾ ਜਸ ਵੀ ਹੁੰਦਾ। ਕਹਿੰਦੇ ਜਿਵੇਂ ਦਾਨ ਦੇ ਵਿੱਚ ਜਸ ਵਸਦਾ ਹੈ, ਇਸੇ ਤਰ੍ਹਾਂ ਜਿਵੇਂ ਕੋਈ ਗਾਇਨ ਕਰਦਾ ਹੋਵੇ ਤੇ ਗਾਇਨ ਦੇ ਵਿੱਚ ਤਾਨਾਂ ਵਸਦੀਆਂ ਨੇ। ਤਾਨਾਂ ਗਾਉਂਦੇ ਆ ਨਾ ਨਾਲ ਨਾਲ, ਤੇ ਕਹਿੰਦੇ ਜਿਵੇਂ ਗਾਇਨ ਦੇ ਵਿੱਚ ਤਾਨਾਂ ਵਸਦੀਆਂ ਹਨ। ਗ੍ਰੰਥ ਗੁਰ ਗਿਆਨ ਮਹਿ ਤੈਸੇ ਰਸ ਸਾਰ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਗਿਆਨ ਦਾ ਰਸ ਵਸਦਾ ਹੈ। ਜਿਵੇਂ ਸੂਰਜ ਵਿੱਚ ਉਹਦੀ ਧੁੱਪ ਵਸਦੀ ਹੈ, ਚੰਦਰਮਾ ਵਿੱਚ ਉਹਦੀ ਚਾਨਣੀ ਵਸਦੀ ਹੈ, ਕਮਲ ਦੇ ਫੁੱਲ ਵਿੱਚ ਸੁਗੰਧੀ ਵਸਦੀ ਹੈ, ਹਾਥੀ ਦੇ ਕੰਨਾਂ ਦੇ ਵਿੱਚ ਮਧ ਵਸਦਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਗਿਆਨ ਰਸ ਵਸਦਾ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਲੱਗਾ ਨਹੀਂ ਹੈ, ਵੱਖਰਾ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗਿਆਨ ਔਰ ਭਗਤੀ ਦਾ ਰਸ ਮਿਲਿਆ ਹੋਇਆ ਹੈ। ਐਸੇ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮੇਰੀ ਪ੍ਰਣਾਮ ਹੈ, ਨਮਸਕਾਰ ਹੈ। ਔਰ ਨਮਸਕਾਰ ਕਰਕੇ ਮੈਂ ਗੁਰੂ ਨਾਨਕ ਸਾਹਿਬ ਦੀ ਕਥਾ ਆਰੰਭਦਾ ਹਾਂ। ਸ੍ਰੀ ਬਾਲਾ ਸੰਧੂਰ ਵਾਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਹਨ। ਦੋਹਰਾ ਸਹਿਜ ਸੁਭਾਇਕ ਮੁਕਤ ਦਾ ਆਵਤ ਭਏ ਆਵਾਸ। ਗੋਪਾਲ ਪਾਂਧੇ ਨੂੰ ਕਿਰਤਾਰਥ ਕਰਕੇ ਸੁਤੇ ਸਿੱਧ ਸੁਭਾਵਕ ਕੀ ਪਰਮ ਕਿਰਪਾਲੂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮਹਿਲਾਂ ਵਿੱਚ ਆਪਣੇ ਘਰ ਆਏ ਹਨ। ਪਦ ਨੂੰ ਪ੍ਰਕਟ ਕਿੰਕਨੀ ਸ਼ਬਦ ਹੋਤ ਪ੍ਰਕਾਸ਼। ਜਿਨ੍ਹਾਂ ਦੇ ਚਰਨਾਂ ਵਿੱਚ ਪਾਏ ਹੋਏ ਕੰਗਣ ਖੜਕਦੇ ਨੇ,
ਲੱਕ ਨਾਲ ਬੱਧੀ ਹੋਈ ਤੜਾਗੀ ਦੇ ਵਿੱਚੋਂ ਖੜਾਕ ਆਉਂਦਾ ਹੈ ਚੱਲਣ ਵੇਲੇ। ਚੌਪਈ ਮਾਤ ਬਿਲੋਕਤ ਬੈਨ ਅਲਾਇਓ। ਜਦੋਂ ਸਤਿਗੁਰੂ ਜੀ ਘਰ ਆਏ ਤੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਵੇਖਿਆ ਕਿ ਮੇਰਾ ਲਾਲ ਪਾਠਸ਼ਾਲਾ ਦੇ ਵਿੱਚੋਂ ਪੜ੍ਹ ਕੇ ਘਰ ਆਇਆ ਹੈ, ਤਾਂ ਚਟਸਾਲ ਵਿੱਚੋਂ ਪੜ੍ਹ ਕੇ ਆਇਆ। ਤੋ ਮਾਤਾ ਜੀ ਨੇ ਵੇਖਿਆ ਤੇ ਵੇਖ ਕੇ ਬੋਲੇ, ਬਿਨਾ ਪਰਦੋਖ ਸਦਨ ਚੱਲ ਆਇਓ। ਕਹਿਣ ਲੱਗੇ, ਬੇਟਾ ਬਿਨਾਂ ਦੇਰੀ ਤੋਂ ਬੜੀ ਛੇਤੀ ਚੱਲ ਕੇ ਆ ਗਿਆ। ਕੱਲ ਤਾਂ ਲੇਟ ਆਇਆ ਸੀ ਘਰ, ਅੱਜ ਤੂੰ ਛੇਤੀ ਚੱਲ ਕੇ ਵਾਪਸ ਪਰਤ ਕੇ ਆ ਗਿਆ। ਤੋਰ ਤਾਤ ਤਾੜ ਹੈ ਗੋ ਤਾਤਾ। ਪੁੱਤਰ ਜੇ ਏਦਾਂ ਵਿੱਚੋਂ ਚਾਟਸਾਲ ਦੇ ਵਿੱਚੋਂ ਛੱਡ ਕੇ ਆ ਜਾਏਗਾ ਪੜ੍ਹਾਈ, ਤਾਂ ਤੇਰਾ ਪਿਤਾ ਤੇਰੀ ਤਾੜਨਾ ਕਰੇਗਾ। ਤੁਹਾਡੇ ਪਿਤਾ ਜੀ ਤੁਹਾਨੂੰ ਤਾੜਨਗੇ ਜੇ ਇਸ ਤਰ੍ਹਾਂ ਤੁਸੀਂ ਆਪਣੇ ਪੜ੍ਹਾਈ ਨੂੰ ਵਿੱਚ ਛੱਡ ਕੇ ਆ ਜਾਓਗੇ। ਹਿਤ ਕਰ ਪੜੋ ਨਾ ਖੇਲਹਿ ਰਾਤਾ। ਪੁੱਤਰ ਜੀ ਹਿੱਤ ਦੇ ਨਾਲ, ਚਾਅ ਦੇ ਨਾਲ ਪੜੋ, ਖੇਡਾਂ ਦੇ ਵਿੱਚ ਮਸਤ ਹੋ ਕੇ ਵਿਅਸਤ ਹੋ ਕੇ ਕਿਤੇ ਪੜ੍ਹਾਈ ਨਾ ਭੁਲਾ ਦਿਓ, ਕਿ ਖੇਡਾਂ ਨੂੰ ਜ਼ਿਆਦਾ ਤਰਜੀਹ ਨਾ ਦਿਓ, ਪੜ੍ਹਾਈ ਵਾਲੇ ਪਾਸੇ ਧਿਆਨ ਦਿਓ। ਨੈਣ ਨੀਰ ਬਾਰਿਕ ਕੀ ਨਿਆਈ। ਜਦੋਂ ਮਾਤਾ ਜੀ ਨੇ ਇਦਾਂ ਕਿਹਾ ਤੇ ਸਤਿਗੁਰੂ ਜੀ ਨੇ, ਜਿਵੇਂ ਬੱਚੇ ਨਹੀਂ ਨੇਤਰਾਂ ਚੋਂ ਪਾਣੀ ਜਾਂ ਵਹਾਉਂਦੇ, ਇਦਾਂ ਸਤਿਗੁਰੂ ਜੀ ਵੀ ਨੇਤਰਾਂ ਚੋਂ ਨੀਰ ਵਹਾਉਣ ਲੱਗ ਪਏ ਮਾਤਾ ਦੇ ਬੋਲ ਸੁਣ ਕੇ। ਤੇ ਨੇਤਰਾਂ ਚੋਂ ਸਾਹਿਬ ਦੇ ਜਿਵੇਂ ਨੀਰ ਫੁਹਾਰਾ ਉਹ ਛੁੱਟਦਾ ਹੈ। ਅਵਨੀ ਖਨਤ ਸੰਤ ਸੁਖਦਾਈ। ਸੰਤਾਂ ਨੂੰ ਸੁਖ ਦੇਣ ਵਾਲੇ ਸਤਿਗੁਰੂ ਜੀ ਨਾ ਮਾਤਾ ਦੇ ਸਾਹਮਣੇ ਖਲੋਤੇ ਆ, ਸਿਰ ਨੀਵਾਂ ਕੀਤਾ ਤੇ ਪੈਰ ਦੇ ਅੰਗੂਠੇ ਨਾਲ ਥੱਲੇ ਜ਼ਮੀਨ ਖੋਤਰੀ ਜਾਂਦੇ ਤੇ ਮਾਤਾ ਜੀ ਗੁੱਸੇ ਹੋ ਰਹੇ ਨੇ। ਨਾਨਕ ਤੁਸੀਂ ਛੇਤੀ ਆ ਗਏ ਹੋ ਘਰ, ਪੜ੍ਹਾਈ ਵਿੱਚੇ ਛੱਡ ਆਏ ਹੋ, ਤੁਹਾਡੇ ਪਿਤਾ ਜੀ ਗੁੱਸੇ ਹੋਣਗੇ। ਏਦਾਂ ਨਹੀਂ ਕਰੀਦਾ, ਖੇਡਾਂ ਵੱਲ ਧਿਆਨ ਨਹੀਂ ਦੇਈਦਾ, ਪੜ੍ਹਾਈ ਵੱਲ ਧਿਆਨ ਦੇਈਦਾ। ਤੋ ਸਤਿਗੁਰੂ ਜੀ ਨਾਲੇ ਸੁਣੀ ਜਾਂਦੇ, ਨੇਤਰਾਂ 'ਚੋਂ ਨੀਰ ਵਹਿੰਦਾ ਔਰ ਆਪਣੇ ਪੈਰ ਦੇ ਅੰਗੂਠੇ ਨਾਲ ਮੇਰੇ ਸਾਹਿਬ ਜ਼ਮੀਨ ਨੂੰ ਖੋਤਰ ਰਹੇ ਹਨ। ਕਰ ਸੋ ਕਰ ਗਹਿ ਕਰ ਪੁੰਨ ਮਾਤਾ। ਫਿਰ ਮਾਤਾ ਜੀ ਨੇ ਸਤਿਗੁਰੂ ਜੀ ਦਾ ਹੱਥ ਆਪਣੇ ਹੱਥਾਂ ਵਿੱਚ ਪਕੜਿਆ, ਅੰਕ ਬਸਾਏ ਕਹਿਓ ਬਹੁ ਭਾਂਤਾ। ਤੇ ਹੱਥ ਤੋਂ ਫੜ ਕੇ ਨਾ ਆਪਣੀ ਗੋਦੀ 'ਚ ਬਿਠਾ ਲਿਆ ਸਤਿਗੁਰਾਂ ਨੂੰ, ਤੇ ਗੋਦ ਵਿੱਚ ਬਿਠਾ ਕੇ ਮਾਤਾ ਤ੍ਰਿਪਤਾ ਜੀ ਬੋਲੇ, ਸਤਿਗੁਰਾਂ ਨੂੰ ਕਹਿਣ ਲੱਗੇ, ਭੂਖਨ ਅਵਰ ਦੇਹੇ ਕਰਵਾਈ। ਪੁੱਤਰ ਮੈਂ ਤੈਨੂੰ ਹੋਰ ਗਹਿਣੇ ਕਢਵਾ ਕੇ ਦਿਆਂਗੀ, ਜਿਵੇਂ ਬੱਚਿਆਂ ਨੂੰ ਲਾਲਚ ਦੇਈਦਾ ਏਦਾਂ ਮਾਤਾ ਜੀ ਬੱਚਿਆਂ ਸਤਿਗੁਰਾਂ ਨੂੰ ਬਾਲਕ ਜਾਣ ਕੇ ਲਾਲਚ ਦਿੰਦੇ। ਪੁੱਤਰ ਮੈਂ ਤੈਨੂੰ ਬੜੇ ਸੋਹਣੇ ਹੋਰ ਗਹਿਣੇ ਕਢਵਾ ਕੇ ਦੇਵਾਂਗੀ। ਆਹ ਵੇਖ ਜਿਹੜੀ ਤੂੰ ਤੜਾਗੀ ਪਾਈ ਹੈ ਨਾ, ਇਹਦੇ ਤੋਂ ਵੀ ਵਧੀਆ ਤੜਾਗੀ ਤੈਨੂੰ ਦਿਆਂਗੀ ਬਣਾ ਕੇ, ਸੋਹਣੇ ਆਭੂਸ਼ਣ ਤੈਨੂੰ ਬਣਵਾ ਕੇ ਦੇਵਾਂਗੀ। ਭੋਜਨ ਮਧੁਰ ਲੇਹੋ ਨਿਤ ਖਾਈ। ਮੈਂ ਤੈਨੂੰ ਰੋਜ਼ ਮਿੱਠਾ ਦਿਆਂਗੀ ਖਾਣ ਨੂੰ, ਬੱਚਿਆਂ ਦਾ ਸ਼ੌਂਕ ਹੁੰਦਾ ਮਿੱਠਾ ਖਾਣ ਦਾ। ਕਹਿੰਦੇ ਮੈਂ ਤੈਨੂੰ ਰੋਜ਼ ਹੀ ਕੋਈ ਨਾ ਕੋਈ ਮਿੱਠਾ ਭੋਜਨ ਬਣਾ ਕੇ ਦਿਆਂਗੀ, ਕਦੇ ਖੀਰ ਬਣਾ ਕੇ ਦਿਆਂਗੀ ਮਿੱਠੀ, ਕਦੇ ਕੜਾਹ ਕਰਕੇ ਦਿਆਂਗੀ। ਜੋ ਤੂੰ ਮਿੱਠਾ ਮੰਗੇਗਾ ਉਹ ਤੈਨੂੰ ਰੱਜ ਕੇ ਮਿੱਠਾ ਖਾਣ ਨੂੰ ਦੇਵਾਂਗੀ ਜੇ ਤੂੰ ਪੜ੍ਹਾਈ ਕਰੇਗਾ। ਜੇ ਅਬ ਪੜ੍ਹੈ ਪ੍ਰੀਤ ਕਰ ਲੇਖਾ। ਤੇ ਜੇ ਹੁਣ ਤੂੰ ਪ੍ਰੇਮ ਦੇ ਨਾਲ ਆ ਗਣਿਤ ਪੜ੍ਹ ਲਵੇਂ, ਇਹ ਲੇਖਾ ਜੋਖਾ ਸਿੱਖ ਲਵੇਂ ਗੋਪਾਲ ਪਾਂਧੇ ਕੋਲੋਂ, ਕਾਰਜ ਆਵਹਿ ਹੋਏ ਵਿਸ਼ੇਖਾ। ਇਹ ਪੜ੍ਹਾਈ ਪੜ੍ਹੀ ਹੋਈ ਫਿਰ ਬੜੀ ਕੰਮ ਆਵੇਗੀ ਪੁੱਤਰ ਤੇਰੀ ਵੱਡਿਆਂ ਹੋ ਕੇ, ਕਿਉਂਕਿ ਤੇਰੇ ਪਿਤਾ ਜੀ ਦਾ ਵੀ ਇਹੀ ਕੰਮ ਹੈ, ਪਟਵਾਰੀ ਦੀ ਕਿਰਤ ਹੈ। ਇਹ ਕੰਮ ਜੇ ਤੁਸੀਂ ਸਿੱਖ ਲਓਗੇ ਤਾਂ ਵੱਡਿਆਂ ਹੋ ਕੇ ਤੁਹਾਡੇ ਕੰਮ ਆਵੇਗਾ। ਦੋਹਰਾ ਅਜਰ ਮਾਜ ਵਿਚਰਤ ਬਹੁਰ ਸੰਜ ਪਈ ਜਿਹੇ ਕਾਲ। ਕਹਿੰਦੇ ਮਹਾਰਾਜ ਜੀ ਵਿਹੜੇ 'ਚ ਫਿਰਦੇ ਆ ਘਰ ਦੇ, ਤੇ ਮਾਤਾ ਜੀ ਦੇ ਨਾਲ ਪਾਤਸ਼ਾਹ ਸਨੇਹ ਕਰਦੇ, ਮਾਤਾ ਜੀ ਲਾਡ ਲਡਾਉਂਦੇ। ਇੰਨੇ ਨੂੰ ਸ਼ਾਮ ਪੈ ਗਈ, ਸੰਧਿਆ ਦਾ ਵੇਲਾ ਹੋ ਗਿਆ। ਕਾਲੂ ਆਲੇ ਆਏ ਪਿਖ ਲੋਚਨ ਲਾਲ ਕਿਰਪਾਲ। ਪਿਤਾ ਮਹਿਤਾ ਕਾਲੂ ਜੀ ਘਰ ਆਏ ਤੇ ਆਪਣਿਆਂ ਨੇਤਰਾਂ ਨਾਲ ਆਪਣੇ ਲਾਲ ਨੂੰ ਵੇਖਿਆ। ਸਤਿਗੁਰੂ ਜੀ ਵਿਹੜੇ ਵਿੱਚ ਘਰ 'ਚ ਖੇਡ ਰਹੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆ ਕੇ ਪਿਤਾ ਜੀ ਨੇ ਵੇਖਿਆ ਜਦੋਂ ਸ਼ਾਮ ਨੂੰ ਘਰ ਆਏ। ਚੌਪਈ ਪ੍ਰੇਮ ਮੋਦ ਸੋ ਗਰੇ ਲਗਾਇਓ। ਤੇ ਬੜੇ ਪ੍ਰੇਮ ਨਾਲ ਬੜੀ ਖੁਸ਼ੀ ਨਾਲ ਸਤਿਗੁਰਾਂ ਨੂੰ ਆਪਣੇ ਗਲ ਨਾਲ ਲਾਇਆ ਪਿਤਾ ਜੀ ਨੇ, ਘੁੱਟ ਕੇ ਗਲ ਵਕੜੀ 'ਚ ਲਿਆ। ਬੈਸ ਮੰਚ ਪਰ ਅੰਕ ਬਸਾਇਓ। ਔਰ ਪਲੰਗੇ ਤੇ ਬਹਿ ਗਏ ਪਿਤਾ ਜੀ,
ਔਰ ਪਲੰਗੇ ਤੇ ਬਹਿ ਕੇ ਸਤਿਗੁਰਾਂ ਨੂੰ ਆਪਣੀ ਗੋਦ ਦੇ ਵਿੱਚ ਪਿਤਾ ਜੀ ਨੇ ਬਿਠਾ ਲਿਆ। ਪੜਿਓ ਆਜ ਜੋ ਮੁਝੇ ਤੇ ਸੁਨਾਏ। ਪਿਤਾ ਜੀ ਪੁੱਛਦੇ ਆ, ਪੁੱਤਰ ਨਾਨਕ ਦਾਸ ਅੱਜ ਕੀ ਪੜ੍ਹ ਕੇ ਆਇਆ? ਪਾਂਦੇ ਨੇ ਕੀ ਪੜਾਇਆ ਤੈਨੂੰ? ਅੱਜ ਮੈਨੂੰ ਵੀ ਸੁਣਾ ਕੀ ਪੜ੍ਹ ਕੇ ਆਇਆ ਹੈ। ਕੋਬਿਦ ਪਾਂਦਾ ਤੁਝ ਹੈ ਪੜਾਏ। ਪਾਂਦੇ ਨੇ ਕੀ ਪੜਾਇਆ ਤੈਨੂੰ? ਅੱਜ ਕਿਸ ਤਰੀਕੇ ਨਾਲ ਪੜਾਉਂਦਾ ਮੈਨੂੰ ਵੀ ਸੁਣਾ, ਵੇਖਾਂ ਵੀ ਕਿਹੋ ਜੀ ਪੜ੍ਹਾਈ ਕਰਾਉਂਦਾ। ਸੁਨ ਕਰ ਪਿਤਾ ਬਚਨ ਨਿਜ ਕਾਨਨ। ਪਿਤਾ ਜੀ ਦੇ ਬਚਨ ਜਦੋਂ ਸਤਿਗੁਰੂ ਜੀ ਨੇ ਸੁਣੇ ਕੇਤਿਕ ਪੈੜੇ ਕਹਿ ਕਮਲਾਲਨ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਕਮਲ ਸਰੀਖੇ ਮੁਖ ਤੋਂ ਦੋ ਚਾਰ ਪਹਾੜੇ ਜਿਹੜੇ ਸਨ ਉਹ ਸੁਣਾ ਦਿੱਤੇ ਪਿਤਾ ਜੀ ਨੂੰ, ਜਿਹੜੇ ਇੱਕ ਦਿਨ ਪਹਿਲਾਂ ਪੜ੍ਹੇ ਸੀ ਨਾ। ਦੂਜੇ ਦਿਨ ਤਾਂ ਅੱਜ ਤਾਂ ਪੜ੍ਹੇ ਹੀ ਨਹੀਂ, ਜਿਹੜੇ ਪਹਿਲੇ ਦਿਨ ਪੜ੍ਹੇ ਸੀ ਪਹਾੜੇ ਦੋ ਚਾਰ, ਸਤਿਗੁਰਾਂ ਨੂੰ ਕਿਹੜਾ ਭੁੱਲੇ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਦੋ ਚਾਰ ਪਹਾੜੇ ਪਿਤਾ ਜੀ ਨੂੰ ਸੁਣਾ ਦਿੱਤੇ। ਹਿਤੂ ਹੁਤੇ ਸੋ ਬਾਰਿਕ ਆਏ। ਇੰਨੇ ਨੂੰ ਮਹਾਰਾਜ ਜੀ ਦੇ ਜਿਹੜੇ ਹਿਤੂ ਬਾਲਕ ਸਨ, ਗੁਆਂਢੀ, ਜਿਹੜੇ ਸਤਿਗੁਰਾਂ ਦੇ ਨਾਲ ਖੇਡਦੇ ਸਨ, ਉਹ ਇੰਨੇ ਨੂੰ ਚੱਲ ਕੇ ਆ ਗਏ। ਪੁਨੇ ਉੱਠ ਕਰ ਤਿਨ ਸੰਗ ਸਿਧਾਏ। ਸਤਿਗੁਰੂ ਜੀ ਪਿਤਾ ਜੀ ਦੀ ਗੋਦ ਚੋਂ ਛਾਲ ਮਾਰ ਕੇ ਉੱਠੇ, ਉਹਨਾਂ ਬੱਚਿਆਂ ਨਾਲ ਦੌੜ ਗਏ ਬਾਹਰ ਖੇਡਣ ਵਾਸਤੇ। ਪਿਤਾ ਜੀ ਆਵਾਜ਼ਾਂ ਮਾਰਦੇ ਰਹਿ ਗਏ। ਸਤਿਗੁਰੂ ਜੀ ਆਪਣੇ ਹਾਣੀ ਸਾਥੀਆਂ ਨਾਲ, ਬੱਚਿਆਂ ਨਾਲ ਖੇਡਦਿਆਂ ਖੇਡਦਿਆਂ ਬਾਹਰ ਨੂੰ ਚਲੇ ਗਏ। ਖੇਲਣ ਲਗੇ ਬੀਥ ਕਾ ਮਾਹੀ। ਬਾਹਰ ਗੜੀ ਗਲੀ ਸੀ ਘਰ ਦੇ ਬਾਹਰ, ਉਸ ਗਲੀ ਵਿੱਚ ਪਾਤਸ਼ਾਹ ਜੀ ਖੇਡਣ ਲੱਗੇ ਹਨ। ਚੰਦ ਚਾਂਦਨੀ ਪੂਰਨ ਜਾਹੀ। ਕਹਿੰਦੇ ਜਿਵੇਂ ਚੰਦ ਦੀ ਚਾਨਣੀ ਨਹੀਂ ਚਾਰੇ ਪਾਸੇ ਫੈਲਦੀ, ਏਦਾਂ ਮਹਾਰਾਜ ਜੀ ਫੈਲੇ ਹੋਏ, ਸਾਰੇ ਪਾਸੇ ਜਸ ਫੈਲਿਆ ਹੋਇਆ ਹੈ। ਸ਼੍ਰੀ ਮੁਖ ਨਾਨਕ ਪਨ ਹੈ ਕਹਾਣੀ। ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਮੁਖੋਂ ਬਹੁਤ ਸਾਰੀਆਂ ਕਥਾਵਾਂ ਸੁਣਾਉਂਦੇ ਨੇ। ਭਜਨ ਭਗਤ ਸੋ ਮਿਲੀ ਜੋ ਬਾਨੀ। ਇਹੋ ਜੀਆਂ ਕਹਾਣੀਆਂ ਕਥਾਵਾਂ ਸੁਣਾਉਂਦੇ ਐ ਜਿਨ੍ਹਾਂ ਵਿੱਚ ਪਰਮੇਸ਼ਰ ਦੀ ਭਗਤੀ ਤੇ ਨਿਰੰਕਾਰ ਦਾ ਭਜਨ ਮਿਲਿਆ ਹੋਇਆ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਇਹੋ ਜੀਆਂ ਕਥਾ ਕਹਾਣੀਆਂ ਮੇਰੇ ਪਾਤਸ਼ਾਹ ਆਪਣੇ ਮੁਖੋਂ ਸੁਣਾਉਂਦੇ ਐ ਜਿਨ੍ਹਾਂ ਵਿੱਚ ਨਿਰੰਕਾਰ ਦਾ ਭਜਨ ਤੇ ਬੰਦਗੀ ਮਿਲੀ ਹੋਈ ਹੈ। ਦੋਹਰਾ ਮధుਰ ਸੁਦਾ ਸਮ ਬਚਨ ਸੁਨ ਤੂਸ਼ਣ ਹੋਵਹਿ ਬਾਲ। ਬੜੇ ਮਿੱਠੇ ਮਿੱਠੇ ਬਚਨ ਪਾਤਸ਼ਾਹ ਜੀ ਦੇ ਮੁਖੋਂ ਬਾਲਕ ਸੁਣਦੇ ਆ ਜਿੰਨੇ ਉੱਥੇ ਬੈਠੇ ਐ, ਔਰ ਬਿਲਕੁਲ ਚੁੱਪ ਕਰਕੇ ਮਹਾਰਾਜ ਜੀ ਦੇ ਬਚਨ ਸੁਣਦੇ ਆ। ਖਾਲਸਾ ਜੀ, ਇਹ ਬਾਲਕ ਕੋਈ ਸਧਾਰਨ ਬਾਲਕ ਨਹੀਂ ਸਨ। ਇਹਨਾਂ ਦੀ ਵੀ ਪੂਰਬਲੇ ਜਨਮਾਂ ਦੀ ਤਪੱਸਿਆ ਸੀ, ਨਹੀਂ ਤੇ ਬੱਚੇ ਕਿੱਥੇ ਬਹਿ ਕੇ ਕਥਾ ਸੁਣਦੇ ਆ। ਮਹਾਰਾਜ ਜੀ ਦੇ ਕੋਲੋਂ ਬੜੇ ਪਿਆਰ ਨਾਲ, ਟਿਕਾ ਨਾਲ ਟਿਕ ਕੇ ਬਹਿ ਕੇ ਪਾਤਸ਼ਾਹ ਜੀ ਦੇ ਕੋਲੋਂ ਕਥਾ ਸੁਣਦੇ ਹਨ। ਹਿਤ ਤੇ ਤ੍ਰਿਪਤ ਨ ਚਿਤ ਬਿਖੈ ਚਾਹ ਹੈ ਚੌਂਪ ਬਿਸਾਲ। ਉਹ ਜਿਵੇਂ ਜਿਵੇਂ ਸੁਣਦੇ ਨੇ ਤੇ ਸੁਣ ਸੁਣ ਕੇ ਰੱਜਦੇ ਨਹੀਂ, ਉਹਨਾਂ ਅੰਦਰ ਹੋਰ ਚਾਹ ਪੈਦਾ ਹੁੰਦੀ ਕਿ ਸਤਿਗੁਰੂ ਜੀ ਹੋਰ ਬਚਨ ਸੁਣਾਉਣ, ਮਹਾਰਾਜ ਜੀ ਹੋਰ ਕਿਰਪਾ ਕਰਨ ਤੇ ਹੋਰ ਕਥਾ ਸੁਣਾਉਣ। ਚੌਪਈ ਜੀਹ ਕਮਾਨ ਬਚਨ ਸਿਓ ਬਾਨਾ। ਏਦਾਂ ਕਹਿ ਲਈਏ ਵੀ ਸਤਿਗੁਰਾਂ ਦੀ ਜਿਹੜੀ ਰਸਨਾ ਹੈ ਨਾ, ਉਹ ਕਮਾਨ ਹੈ, ਔਰ ਗੁਰੂ ਸਾਹਿਬ ਦੇ ਕਹੇ ਹੋਏ ਵਾਕ ਉਸ ਕਮਾਨ ਚੋਂ ਨਿਕਲੇ ਹੋਏ ਤੀਰ ਨੇ। ਗੁਰੂ ਸਾਹਿਬ ਦਾ ਜਿਹੜਾ ਮੁੱਖ ਹੈ ਰਸਨਾ, ਉਹ ਏਦਾਂ ਕਹਿ ਲਈਏ ਵੀ ਕਮਾਨ ਹੈ, ਤਨਕ ਹੈ, ਔਰ ਸਤਿਗੁਰਾਂ ਦੇ ਕਹੇ ਹੋਏ ਵਾਕ ਉਹ ਤਿੱਖੇ ਤੀਰਾਂ ਦੇ ਸਮਾਨ ਹਨ। ਮਧੁਰਾਈ ਮਦ ਭਲਕ ਸਮਾਨਾ। ਔਰ ਜਿਹੜੇ ਉਹਨਾਂ ਬਚਨਾਂ ਵਿੱਚ ਸਤਿਗੁਰਾਂ ਦੀ ਮਿਠਾਸ ਹੈ ਨਾ, ਮਿੱਠੇ ਮਿੱਠੇ ਬੋਲ ਬੋਲਦੇ ਨੇ, ਏਦਾਂ ਸਮਝ ਲਓ ਵੀ ਉਹ ਚਿਲੇ ਤੇ ਚਾੜਿਆ ਹੋਇਆ ਤੀਰ, ਮਿਠਾਸ ਰੂਪੀ ਚਿਲੇ ਤੇ ਬਚਨਾ ਰੂਪੀ ਤੀਰ ਚਾੜੇ ਹੋਏ ਨੇ। ਤੀਖਨ ਕਰੇ ਸਾਨ ਚਤੁਰਾਈ। ਔਰ ਸਿਆਣਪ ਦੀ ਸਾਣ ਦੇ ਨਾਲ, ਜਿਹੜੇ ਬੜਾ ਸਿਆਣਪ ਹੈ ਨਾ, ਗਿਆਨ, ਉਸ ਗਿਆਨ ਦੀ ਸਾਣ ਦੇ ਉੱਤੇ ਉਹ ਤੀਰ ਤਿੱਖੇ ਕੀਤੇ ਹੋਏ ਨੇ। ਨਾਨਾ ਉਕਤਿਨ ਪੰਖ ਸੁਹਾਈ। ਜਿਹੜੇ ਨਾਨਾ ਪ੍ਰਕਾਰ ਦੀਆਂ ਉਕਤੀਆਂ ਨਾਲ, ਉਦਾਹਰਣਾਂ ਨਾਲ ਬਚਨ ਸੁਣਾਉਂਦੇ ਆ, ਉਹ ਜਿਹੜੀਆਂ ਉਕਤੀਆਂ ਨੇ, ਏਦਾਂ ਸਮਝ ਲਓ ਵੀ ਇਹਨਾਂ ਤੀਰਾਂ ਨੂੰ ਖੰਭ ਲੱਗੇ ਹੋਏ ਨੇ। ਜਿਵੇਂ ਤੀਰਾਂ ਦੇ ਪਿੱਛੇ ਬਾਗੜ ਦੇ ਖੰਭ ਹੁੰਦਾ ਨਾ, ਕਹਿੰਦੇ ਮਾਨੋ ਜਿਹੜੀਆਂ ਉਕਤੀਆਂ ਸਹਿਤ ਗੁਰਦੇਵ ਸ਼ਬਦ ਉਚਾਰਦੇ ਨੇ, ਬਚਨ ਉਚਾਰਦੇ ਨੇ, ਉਹ ਉਕਤੀਆਂ ਇਹਨਾਂ ਤੀਰਾਂ ਨੂੰ ਲੱਗੇ ਹੋਏ ਖੰਭ ਹਨ। ਬਾਲ ਬ੍ਰਿੰਦ ਹਿਰਦਾ ਲਛ ਭੇਦਾ। ਔਰ ਜਿੰਨੇ ਉਹ ਬਾਲਕ ਬਹਿ ਕੇ ਬਚਨ ਸੁਣਦੇ ਨੇ, ਉਹ ਸਮਝ ਲਓ ਵੀ ਉਹਨਾਂ ਦਾ ਹਿਰਦਾ ਜਿਹੜਾ ਨਾ ਬੱਚਿਆਂ ਦਾ, ਉਹ ਨਿਸ਼ਾਨਾ ਜਿਹਦੇ ਤੇ ਤੀਰ ਵੱਜਦਾ ਹੈ। ਲੱਛ ਕਹਿੰਦੇ ਨੇ ਜਿਹਦੇ ਤੇ ਤੀਰ ਨਿਸ਼ਾਨਾ ਲਾ ਕੇ ਮਾਰਦੇ ਆ ਨਾ, ਕਹਿੰਦੇ ਉਹ ਬੱਚਿਆਂ ਦੇ ਜਿਹੜੇ ਹਿਰਦੇ ਨੇ, ਉਹ ਇਸ ਤਰ੍ਹਾਂ ਸਮਝ ਲਈਏ ਵੀ ਉਹ ਲੱਛ ਨੇ, ਔਰ ਗੁਰੂ ਸਾਹਿਬ ਦੇ ਬਚਨਾਂ ਰੂਪੀ ਤੀਰ
ਉਸ ਲਕਸ਼ ਨੂੰ ਭੇਦਦੇ ਨੇ, ਵਿੰਨਦੇ ਹਨ। ਭਏ ਲਟੂਹਾ ਹੋਏ ਅਖੇਦਾ। ਔਰ ਕਹਿੰਦੇ ਜਦੋਂ ਪਾਤਸ਼ਾਹ ਦੇ ਬਚਨ ਉਹਨਾਂ ਦੇ ਹਿਰਦੇ ਰੂਪੀ ਲੱਛ ਨੂੰ ਵਿੰਨਦੇ ਐ, ਕਹਿੰਦੇ ਲਟੂਆ ਹੋ ਜਾਂਦੇ। ਲਟੂਆ ਦਾ ਮਤਲਬ ਵੀ ਪਾਤਸ਼ਾਹ ਦੇ ਬਚਨ ਸੁਣ ਕੇ ਮਸਤ ਹੋ ਜਾਂਦੇ ਨੇ, ਔਰ ਉਹਨਾਂ ਦਾ ਚਿੱਤ ਕਰਦਾ ਕਿ ਹੋਰ ਸੁਣੀ ਜਾਈਏ। ਫਿਰ ਬਖੇਦਾ, ਜਿਹੜੇ ਦੁਨਿਆਵੀ ਤੀਰ ਕਿਸੇ ਦੇ ਕਲੇਜੇ 'ਚ ਵੱਜਣ ਤੇ ਦਰਦ ਹੁੰਦੀ ਹੈ, ਕਹਿੰਦੇ ਗੁਰੂ ਦੇ ਬਚਨਾਂ ਦੇ ਤੀਰ ਜਦੋਂ ਉਹਨਾਂ ਬੱਚਿਆਂ ਦੇ ਹਿਰਦੇ ਵਿੱਚ ਵੱਜਦੇ ਆ ਨਾ, ਤਾਂ ਉਹਦੇ ਨਾਲ ਦਰਦ ਨਹੀਂ, ਸਗੋਂ ਦਰਦ ਦੀ ਨਿਰਵਿਰਤੀ ਹੋ ਜਾਂਦੀ ਹੈ। ਬਖੇਦਾ ਖੇਦ ਤੋਂ ਰਹਿਤ ਹੋ ਜਾਂਦੇ ਹਨ। ਤਜ ਕਰ ਸੰਗ ਸਦਨ ਨਹਿ ਜਾਵਹਿ। ਉਹ ਮਹਾਰਾਜ ਜੀ ਦਾ ਸਾਥ ਛੱਡ ਕੇ ਜਾਂਦੇ ਹੀ ਨਹੀਂ ਘਰ, ਉਹਨਾਂ ਦਾ ਦਿਲ ਹੀ ਨਹੀਂ ਕਰਦਾ ਘਰ ਜਾਣ ਨੂੰ। ਉਹਨਾਂ ਦੀਆਂ ਮਾਵਾਂ ਆਉਂਦੀਆਂ, ਪਿਤਾ ਆਉਂਦੇ, ਧੱਕੇ ਨਾਲ ਬਾਹਾਂ ਫੜ ਕੇ ਖਿੱਚ ਖਿੱਚ ਕੇ ਧੂ ਕੇ ਲੈ ਕੇ ਜਾਂਦੇ ਹਨ। ਮਾਤ ਪਿਤਾ ਤਬ ਆਨ ਬੁਲਾਵਹਿ। ਉਹਨਾਂ ਬੱਚਿਆਂ ਦੇ ਮਾਂ ਪਿਓ ਆ ਕੇ ਬੁਲਾਉਂਦੇ ਆ ਉਹਨਾਂ ਬੱਚਿਆਂ ਨੂੰ, ਉਹ ਧੱਕੇ ਨਾਲ ਲੈ ਕੇ ਜਾਂਦੇ ਆ, ਪਰ ਉਹ ਬੱਚੇ ਜਾਣਾ ਨਹੀਂ ਚਾਹੁੰਦੇ ਸਤਿਗੁਰਾਂ ਦਾ ਸੰਗ ਛੱਡ ਕੇ। ਗਹਿ ਕਰ ਲੈ ਜਾਵਹਿ ਬਰਿਆਈ। ਉਹ ਜ਼ਬਰਦਸਤੀ ਤਿੰਗੋ ਜੋਰੀ ਬਾਹ ਤੋਂ ਫੜ ਕੇ ਉਹ ਰੋਂਦੇ ਆ, ਜਿੱਦ ਕਰਦੇ ਅਸੀਂ ਨਹੀਂ ਜਾਣਾ, ਅਸੀਂ ਨਾਨਕ ਦੇ ਨਾਲ ਰਹਿਣਾ, ਉਹਨਾਂ ਦੇ ਕੋਲ ਬਹਿਣਾ। ਉਹ ਧੱਕੇ ਨਾਲ ਵੀ ਰਾਤ ਪੈ ਗਈ ਆ, ਹਨੇਰਾ ਪੈ ਗਿਆ, ਕੱਲ ਨੂੰ ਆ ਜਾਓ। ਫਿਰ ਏਦਾਂ ਧੱਕੇ ਨਾਲ ਮਾਂ ਪਿਓ ਜਿਹੜੇ ਨੇ ਉਹਨਾਂ ਬੱਚਿਆਂ ਨੂੰ ਖਿੱਚ ਕੇ ਲੈ ਕੇ ਜਾਂਦੇ ਨੇ। ਤਜ ਨੈ ਸਕਈ ਮਨ ਬਿਰਮਾਈ। ਉਹਨਾਂ ਦੇ ਮਨ ਇਹੋ ਜਿਹੇ ਸਤਿਗੁਰਾਂ ਦੇ ਚਰਨਾਂ ਨਾਲ ਜੁੜੇ ਨੇ ਕਿ ਉਹ ਸਤਿਗੁਰਾਂ ਦਾ ਸਾਥ ਛੱਡ ਨਹੀਂ ਸਕਦੇ। ਰੁਚਿਰ ਬਚਨ ਕੀ ਰੁਚ ਅਧਿਕਾਈ। ਸਤਿਗੁਰੂ ਜੀ ਦੇ ਸੋਹਣੇ ਬਚਨਾਂ ਦੀ ਰੁਚੀ ਅਧਿਕਾਈ ਨਾਲ ਬੜੇ ਪਿਆਰ ਨਾਲ ਸੁਣਦੇ ਹਨ, ਰੁਚੀ ਨਾਲ ਗੁਰਦੇਵ ਦੇ ਬਚਨ ਸੁਣਦੇ ਹਨ। ਸੁਨ ਸੁਨ ਪੁਨ ਮਨ ਹੋਤ ਸਵਾਈ। ਜਿਹੜਾ ਸੁਣਦਾ ਮਹਾਰਾਜ ਜੀ ਦੇ ਬਚਨ, ਉਹਨਾਂ ਅੰਦਰ ਹੋਰ ਪ੍ਰੇਮ ਵੱਧ ਜਾਂਦਾ ਸਤਿਗੁਰਾਂ ਦਾ, ਹੋਰ ਜ਼ਿਆਦਾ ਦੁੱਗਣੀ ਚੌਗਣੀ ਪ੍ਰੀਤ ਵੱਧਦੀ ਆ ਗੁਰੂ ਚਰਨਾਂ ਨਾਲ। ਪਰਵੇਸ਼ ਤਿਤ ਬਾਰਿਕ ਚਹੁ ਪਾਸਾ। ਚਾਰੇ ਪਾਸੇ ਬਾਲਕ ਆ ਕੇ ਸਤਿਗੁਰਾਂ ਦੇ ਸਨਮੁਖ ਬਹਿ ਜਾਂਦੇ, ਘੇਰਾ ਪਾ ਕੇ। ਪੁੰਨਵਾਨ ਜਿਨ ਕੇ ਅਗਨਾਸ਼ਾ। ਇਹ ਉਹ ਬੱਚੇ ਨੇ ਜਿਹੜੇ ਪੁੰਨਵਾਨ ਨੇ, ਇਹ ਉਹ ਬੱਚੇ ਨੇ ਜਿਨ੍ਹਾਂ ਦੇ ਸਾਰੇ ਪਾਪ ਨਾਸ ਹੋ ਗਏ ਹਨ। ਇਹ ਪੁੰਨ ਆਤਮਾਵਾਂ ਹਨ। ਇਹ ਉਹ ਬੱਚੇ ਨੇ ਜਿਨ੍ਹਾਂ ਦੇ ਸਾਰੇ ਪਾਪ ਨਸ਼ਟ ਭ੍ਰਸ਼ਟ ਹੋ ਗਏ ਨੇ। ਨਾਨਕ ਬੈਸੈ ਬੀਚ ਬਿਰਾਜ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਸਾਰਿਆਂ ਬੱਚਿਆਂ ਦੇ ਵਿੱਚ ਬਹਿੰਦੇ ਤੇ ਬਿਰਾਜਦੇ ਨੇ। ਬਚ ਸੁਨ ਜਿਨ ਹੈ ਸੋ ਧਰਮਾ ਲਾਜ ਹੈ। ਇਹੋ ਜਿਹੇ ਸੋਹਣੇ ਬਚਨ ਮਹਾਰਾਜ ਜੀ ਕਰਦੇ, ਜਿਨ੍ਹਾਂ ਦੇ ਬਚਨਾਂ ਨੂੰ ਸੁਣ ਕੇ ਦੇਵਤਿਆਂ ਦਾ ਰਾਜਾ ਇੰਦਰ ਵੀ ਲਜਾਏ ਮਾਨ ਹੁੰਦਾ ਹੈ ਕਿ ਮੇਰੇ ਕੋਲ ਵੀ ਇਹੋ ਜਿਹੇ ਬਚਨ ਨਹੀਂ ਹੁੰਦੇ। ਬਦਨ ਬਿਲੋਕੈ ਨਿਜ ਨਿਜ ਦਿਸਸੋ। ਜਿੰਨੇ ਉਹ ਬੱਚੇ ਨੇ ਨਾ, ਸਾਰੇ ਸਾਹਮਣੇ ਬਹਿੰਦੇ ਮਹਾਰਾਜ ਜੀ ਦੇ, ਔਰ ਆਪਣੇ ਆਪਣੇ ਵੱਲੋਂ ਗੁਰਦੇਵ ਦੇ ਸੋਹਣੇ ਜੇ ਮੁਖ ਮੰਡਲ ਨੂੰ, ਗੁਰਦੇਵ ਜੇ ਸੋਹਣੇ ਜੇ ਚਿਹਰੇ ਨੂੰ ਵੇਖਦੇ ਹਨ। ਲਖ ਹੈ ਕੰਡ ਕੋ ਨਹਿ ਤੈ ਸਿਸਸੋ। ਕੋਈ ਬੱਚਾ ਮਹਾਰਾਜ ਜੀ ਦੀ ਕੰਡ ਨਹੀਂ ਵੇਖਦਾ, ਪਿੱਛੋਂ ਪਿੱਠ ਨਹੀਂ ਵੇਖਦਾ। ਜੇ ਕੋਈ ਪਿੱਛੇ ਹੁੰਦਾ ਤੇ ਉਹ ਵੀ ਅੱਗੇ ਆ ਜਾਂਦਾ, ਕਹਿੰਦਾ ਨਾ ਮੈਂ ਤਾਂ ਚਿਹਰਾ ਵੇਖਣਾ ਸਤਿਗੁਰਾਂ ਦਾ, ਮਹਾਰਾਜ ਜੀ ਦਾ ਮੁਖ ਵੇਖਣਾ ਹੈ। ਕੋਈ ਵੀ ਬਾਲਕ ਸਤਿਗੁਰਾਂ ਦੀ ਕੰਡ ਨਹੀਂ ਵੇਖਦਾ, ਪਿੱਠ ਨਹੀਂ ਵੇਖਦਾ। ਸਭ ਮਨ ਜਾਣੈ ਮੁਝੇ ਸੁਣਾਵਹਿ। ਜਦੋਂ ਸਤਿਗੁਰੂ ਜੀ ਬੋਲਦੇ ਨੇ ਨਾ, ਉਹ ਜਿੰਨੇ ਬੱਚੇ ਨੇ ਇਹ ਜਾਣਦੇ ਨੇ ਮਨ 'ਚ ਵੀ ਸਤਿਗੁਰੂ ਜੀ ਮੈਨੂੰ ਕਹਿ ਰਹੇ ਨੇ। ਦੂਜਾ ਕਹਿੰਦਾ ਮੈਨੂੰ ਕਹਿ ਰਹੇ ਨੇ, ਤੀਜਾ ਕਹਿੰਦਾ ਸਤਿਗੁਰੂ ਮੇਰੇ ਪ੍ਰਤੀ ਉਪਦੇਸ਼ ਦੇ ਰਹੇ ਨੇ। ਖਾਲਸਾ ਜੀ, ਇਹ ਭਾਵਨਾ ਹੋਣੀ ਚਾਹੀਦੀ ਜਦੋਂ ਗੁਰੂ ਕੀ ਬਾਣੀ ਸੁਣਦੇ ਹੋ, ਕਥਾ ਸੁਣਦੇ ਹੋ, ਕੀਰਤਨ ਸੁਣਦੇ ਹੋ, ਵੀ ਉਪਦੇਸ਼ ਮੈਨੂੰ ਦੇ ਰਹੇ ਨੇ ਸਤਿਗੁਰੂ ਜੀ। ਇਹ ਸਰੋਤੇ ਵਿੱਚ ਜਗਿਆਸੂ 'ਚ ਇਹ ਭਾਵਨਾ ਹੋਣੀ ਚਾਹੀਦੀ ਆ, ਹਿਰਦੇ 'ਚ। ਤੋ ਕਹਿੰਦੇ ਉਹ ਜਿੰਨੇ ਬੱਚੇ ਨੇ ਮਨ 'ਚ ਸੋਚਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੈਨੂੰ ਉਪਦੇਸ਼ ਦੇ ਰਹੇ ਹਨ। ਰੋਕ ਰਖੀ ਕ ਸੁਨਹਿ ਮਨ ਭਾਵਹਿ। ਆਪਣੀਆਂ ਇੰਦਰੀਆਂ ਦਾ ਦਮਨ ਕਰਕੇ, ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਰੋਕ ਕੇ ਫਿਰ ਸਤਿਗੁਰੂ ਜੀ ਦੇ ਬਚਨਾਂ ਨੂੰ ਸਰਵਣ ਕਰਦੇ ਹਨ। ਦੋਹਰਾ ਮਿਲ ਬਾਲਿਕ ਸੋ ਖੇਲਤੇ ਚਲ ਆਏ ਨਿਜ ਧਾਮ। ਇਹਦਾ ਬੱਚਿਆਂ ਨਾਲ ਮਿਲ ਕੇ ਖੇਡਦਿਆਂ ਗਲੀ ਚੋਂ ਸਤਿਗੁਰੂ ਜੀ ਵਾਪਸ ਘਰ ਆਏ ਹਨ। ਅੰਨ ਖਾਏ ਕਰ ਮਾਤ ਤੇ ਸੂਤੇ ਧਨ ਅਬਿਰਾਮ। ਰਾਤ ਦਾ ਵੇਲਾ ਸੀ, ਮਾਤਾ ਜੀ ਕੋਲੋਂ ਆ ਕੇ ਭੋਜਨ ਛਕਿਆ, ਅੰਨ ਪ੍ਰਸ਼ਾਦਾ ਛਕ ਕੇ
ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਪਲੰਗੇ ਤੇ ਬਿਰਾਜਮਾਨ ਹੋ ਗਏ। ਚੌਪਈ ਜਾਮ ਜਾਮਨੀ ਜਾਗਨ ਨੇਮਾ। ਪੈਰ ਰਾਤ ਰਹਿੰਦਿਆਂ ਮਹਾਰਾਜ ਜੀ ਦਾ ਉੱਠਣ ਦਾ ਨੇਮ ਸੀ। ਜਿਸ ਦਿਨ ਤੋਂ ਸਰੀਰ ਧਾਰਨ ਕੀਤਾ ਉਸੇ ਦਿਨ ਤੋਂ ਹੀ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਪਾਤਸ਼ਾਹ ਉੱਠ ਪੈਂਦੇ, ਭਾਵੇਂ ਬਾਲ ਰੂਪ ਵਿੱਚ ਨੇ, ਜਾਗ ਪੈਂਦੇ। ਇਹ ਮੇਰੇ ਸਾਹਿਬ ਦਾ ਨੇਮ ਸੀ ਰੋਜ਼ ਦਾ। ਖਾਲਸਾ ਜੀ ਬੜੀ ਵੱਡੀ ਅਮੋਲਕ ਦਾਤ ਜੇ ਪਰਮੇਸ਼ਰ ਦੀ ਕੋਈ ਸਿੱਖ ਕੋਲ ਹੈ ਨਾ ਤਾਂ ਉਹ ਅੰਮ੍ਰਿਤ ਵੇਲਾ ਹੈ। ਸਭ ਤੋਂ ਅਮੋਲਕ ਤੇ ਵਡਮੁੱਲੀ ਦਾਤ। ਜਿਹਦੇ ਕੋਲ ਅੰਮ੍ਰਿਤ ਵੇਲਾ ਨਹੀਂ, ਉਹ ਜਿੰਨੇ ਮਰਜ਼ੀ ਕਰਮ ਕਾਂਡ ਕਰਦਾ ਹੋਵੇ, ਇਦਾਂ ਕਹਿ ਸਕਦੇ ਹਾਂ ਵੀ ਉਹ ਉਹਦੇ ਹੱਥ ਵਿੱਚ ਲੱਗਾ ਪਰ ਉਹ ਖਾ ਨਹੀਂ ਸਕਿਆ, ਇਦਾਂ ਕਹਿ ਸਕਦੇ ਹਾਂ। ਅੰਮ੍ਰਿਤ ਵੇਲਾ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਜੀ ਮਿਹਰਾਂ ਦੇ ਘਰ ਵਿੱਚ ਆ ਕੇ ਤੁੱਠਦੇ ਆ। ਬ੍ਰਹਮ ਮੁਹੂਰਤ ਦਾ ਵੇਲਾ ਕਹਿੰਦੇ ਅੰਮ੍ਰਿਤ ਵੇਲੇ ਨੂੰ। ਸਾਧਕ ਉਹੀ ਸਾਧਕ ਕਹਾਏਗਾ ਜਿਹੜਾ ਸੁਬਾਹ 3-4 ਵਜੇ ਘਟੋ ਘੱਟ ਉੱਠ ਕੇ ਤਿਆਰ ਬਰ ਤਿਆਰ ਹੋ ਜਾਏ। ਬਹੁਤ ਸਾਰੇ ਗੁਰਸਿੱਖ ਤਾਂ 12:30-1 ਵਜੇ ਹੀ ਉੱਠ ਕੇ ਤਿਆਰ ਬਰ ਤਿਆਰ ਹੋ ਜਾਂਦੇ। ਗ੍ਰਸਤੀ ਹਾਂ 3 ਵਜੇ ਨਹੀਂ ਤਾਂ 4 ਵਜੇ। ਸੂਰਜ ਉਦੇ ਹੋਣ ਤੋਂ ਤਕਰੀਬਨ 2-3 ਘੜੀਆਂ 4 ਘੜੀਆਂ ਘਟੋ ਘੱਟ ਪਹਿਲਾਂ ਉੱਠਣਾ ਜ਼ਰੂਰੀ ਹੈ। ਉਹ ਅੰਮ੍ਰਿਤ ਵੇਲਾ। ਇਹ ਉਹ ਸਮਾਂ ਜਿਸ ਸਮੇਂ ਤੁਸੀਂ ਆਪਣੇ ਨਜਾਪੇ ਵਿੱਚ ਮਿਲ ਸਕਦੇ ਹੋ। ਨਹੀਂ ਤਾਂ ਦਿਨ ਚੜ੍ਹ ਜੇ ਫਿਰ ਤਾਂ ਬਹੁਤ ਸਾਰੇ ਕੰਮ ਧੰਦੇ ਇੱਧਰ ਉੱਧਰ ਦੇ ਚੇਤੇ ਆਉਂਦੇ ਆ। ਅੰਮ੍ਰਿਤ ਵੇਲੇ ਕੁਝ ਸਮੇਂ ਲਈ ਟਿਕਾ ਨਾਲ ਨਜਾਪੇ ਵਿੱਚ ਜੁੜਨਾ। ਤੋ ਮੇਰੇ ਸਾਹਿਬ ਦਇਆਨੰਦ ਪਾਤਸ਼ਾਹ ਜੀ ਦਾ ਇਹ ਨੇਮ ਹੈ, ਸਾਡੇ ਲਈ ਪੂਰਨੇ ਪਾਉਂਦੇ ਆ ਮੇਰੇ ਸਤਿਗੁਰੂ ਜੀ। ਸਤਿਗੁਰਾਂ ਨੂੰ ਨਹੀਂ ਲੋੜ। ਕਹਿੰਦੇ ਜਿਸ ਦਿਨ ਦੇ ਸਰੀਰ ਧਾਰਨ ਕਰਕੇ ਆਏ ਨੇ, ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਉੱਠ ਜਾਂਦੇ ਹਨ। ਜਬ ਕਾ ਤਨ ਧਰ ਦਾਨੀ ਛੇਮਾ। ਕਹਿੰਦੇ ਜਦੋਂ ਦਾ ਮੁਕਤੀ ਦੇਣ ਆਏ ਨੇ ਨਾ ਸੰਸਾਰ ਦੇ ਜੀਵਨ ਨੂੰ, ਜਦੋਂ ਦਾ ਤਨ ਧਾਰਿਆ ਉਸੇ ਦਿਨ ਤੋਂ ਬਾਲਪਨੇ ਤੋਂ ਹੀ ਮਹਾਰਾਜ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠਦੇ ਹਨ। ਭੋਰ ਪਈ ਕੀਨੋ ਇਸ਼ਨਾਨਾ। ਹਾਲੇ ਅੰਮ੍ਰਿਤ ਵੇਲੇ ਉੱਠ ਕੇ, ਕਿਉਂਕਿ ਬਾਲਕ ਜੋ ਨੇ ਇਸ਼ਨਾਨ ਪਾਨ ਨਹੀਂ ਕਰਦੇ ਪਰ ਉੱਠ ਜਾਂਦੇ ਆ। ਫਿਰ ਜਦੋਂ ਲੋ ਲੱਗਦੀ ਤੇ ਮਾਤਾ ਜੀ ਇਸ਼ਨਾਨ ਕਰਾਉਂਦੇ। ਇਸ਼ਨਾਨ ਕੀਤਾ ਸਤਿਗੁਰਾਂ ਨੇ। ਪਟ ਪਹਿਰੇ ਸੁੰਦਰ ਬਿਦ ਨਾਨਾ। ਮਾਤਾ ਜੀ ਨੇ ਬੜੇ ਸੋਹਣੇ ਜੇ ਬਸਤਰ ਨਾਨਾ ਪ੍ਰਕਾਰ ਦੇ ਰੰਗਾਂ ਨਾਲ ਮਿਲੇ ਹੋਏ ਉਹ ਸਤਿਗੁਰੂ ਜੀ ਨੂੰ ਪਹਿਨਾਏ ਹਨ। ਦਿਵਸ ਚਰੇ ਕਾਲੂ ਗਹਿ ਹਾਥਾ। ਦਿਨ ਚੜਿਆ ਜਦੋਂ ਸੂਰਜ ਉਦੇ ਹੋ ਗਿਆ, ਸਕੂਲ ਦਾ ਸਮਾਂ ਹੋ ਗਿਆ, ਪਾਠਸ਼ਾਲਾ ਦਾ, ਤੋ ਪਿਤਾ ਜੀ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਹੱਥ ਪਕੜਿਆ। ਲੈ ਚਟਸਾਰ ਚਲਿਓ ਨਿਜ ਸਾਥਾ। ਔਰ ਸਤਿਗੁਰੂ ਜੀ ਨੂੰ ਨਾਲ ਲੈ ਕੇ ਪਿਤਾ ਜੀ ਚਟਸਾਲ ਵੱਲ ਪਾਂਦੇ ਕੋਲ ਚੱਲ ਪਏ। ਪਾਂਦੇ ਸੋ ਬੋਲਿਓ ਹਿਤ ਧਰ ਕੈ। ਅੱਜ ਤੀਜੇ ਦਿਨ ਮਹਾਰਾਜ ਜੀ ਸਕੂਲ ਚ ਆਏ ਨੇ, ਪਾਠਸ਼ਾਲਾ ਚ ਆਏ ਨੇ ਤੇ ਪਾਂਦੇ ਕੋਲ ਜਾ ਕੇ ਪਿਤਾ ਜੀ ਬੜੇ ਪ੍ਰੇਮ ਨਾਲ ਬੋਲੇ। ਦੇਹੋ ਪੜਾਏ ਹਿਰਦੇ ਰੁਚ ਕਰਕੇ। ਕਹਿੰਦੇ ਲਓ ਪਾਂਦਾ ਜੀ, ਮੈਂ ਨਾਨਕ ਨੂੰ ਲਿਆਇਆ, ਬੜੇ ਸੋਹਣੇ ਪਹਾੜੇ ਪੜਨ ਲੱਗ ਪਿਆ ਦੋਹਾਂ ਦਿਨਾਂ ਚ, ਤੇ ਬੜੀ ਰੁਚੀ ਦੇ ਨਾਲ ਪਿਆਰ ਦੇ ਨਾਲ ਇਹਨਾਂ ਨੂੰ ਪੜਾ ਦਿਓ। ਸੁਣ ਬੋਲਿਓ ਮਨ ਸੋ ਕਰ ਬੰਧਨ। ਤੇ ਉਸ ਵੇਲੇ ਪਾਂਦੇ ਨੇ ਪਹਿਲਾਂ ਤਾਂ ਮਨ ਕਰਕੇ ਗੁਰੂ ਨਾਨਕ ਸਾਹਿਬ ਨੂੰ ਵੰਦਨਾ ਕੀਤੀ ਤੇ ਵੰਦਨਾ ਕਰਕੇ ਫਿਰ ਬੋਲੇ। ਪਾਂਦਾ ਜੀ ਕਹਿਣ ਲੱਗੇ ਵਿਦਿਆ ਨਿਪੁੰਨੰ ਕਮਤ ਨਿਕੰਦਨ। ਕਹਿਣ ਲੱਗੇ ਵਿਦਿਆ ਚ ਨਿਪੁੰਨ ਹਨ ਪਟਵਾਰੀ ਸਾਹਿਬ, ਇਹ ਤਾਂ ਖੋਟੀਆਂ ਮਤਾਂ ਦਾ ਨਾਸ਼ ਕਰਨ ਵਾਲੇ ਹਨ। ਇਸ ਤੇ ਅਧਿਕ ਜੋ ਹੋਏ ਪੜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਂਦਾ ਜੀ ਪਟਵਾਰੀ ਸਾਹਿਬ, ਇਹਨਾਂ ਤੋਂ ਜੇ ਕੋਈ ਵੱਧ ਪੜਿਆ ਹੋਵੇ ਤੇ ਉਹ ਇਹਨਾਂ ਨੂੰ ਪੜਾ ਸਕਦਾ ਹੈ। ਇਹਨਾਂ ਤੋਂ ਕੋਈ ਵੱਧ ਪੜਿਆ ਹੋਵੇ ਤਾਂ ਉਹ ਇਹਨਾਂ ਨੂੰ ਪੜਾ ਸਕਦਾ ਹੈ। ਜਗਤ ਮਾਹੇ ਸਮ ਕੋ ਨਾ ਦਿਸਾਵੇ। ਪਰ ਸੰਸਾਰ ਵਿੱਚ ਮੈਨੂੰ ਕੋਈ ਐਸਾ ਨਜ਼ਰ ਨਹੀਂ ਆਉਂਦਾ ਜਿਹੜਾ ਇਹਨਾਂ ਤੋਂ ਵੱਧ ਪੜਿਆ ਹੋਵੇ। ਸਤਿ ਸ੍ਰੀ ਅਕਾਲ। ਇਹਨਾਂ ਤੋਂ ਵੱਧ ਪੜਿਆ ਇਹਨਾਂ ਨੂੰ ਪੜਾ ਸਕਦਾ ਹੈ, ਪਰ ਮੈਨੂੰ ਸਾਰੇ ਸੰਸਾਰ ਵਿੱਚ ਇਹਨਾਂ ਦੇ ਸਦ੍ਰਿਸ਼, ਇਹਨਾਂ ਤੋਂ ਵੱਧ ਪੜਿਆ ਹੋਇਆ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਇਹਨਾਂ ਨੂੰ ਪੜਾ ਸਕੇ। ਤਾਂ ਸਾਡੇ ਵਰਗਿਆਂ ਨੂੰ ਵੀ ਪੜਾਉਣ ਆਏ ਹਨ। ਦੋਹਰਾ
ਸੁਤ ਕੋ ਸੁਤ ਨਹਿ ਜਾਣਿਓ ਹੈ ਕਿਹ ਕੋ ਅਵਤਾਰ। ਮਹਿਤਾ ਕਾਲੂ ਜੀ ਪੁੱਤਰ ਨੂੰ ਪੁੱਤਰ ਨਾ ਸਮਝਿਓ, ਇਹ ਤਾਂ ਕੋਈ ਅਵਤਾਰ ਹੈ, ਮੈਂ ਜਾਣ ਲਿਆ। ਗੋਪਾਲ ਪਾਂਧਾ ਕਹਿ ਰਿਹਾ ਕਿ ਪਟਵਾਰੀ ਸਾਹਿਬ ਪੁੱਤਰ ਨੂੰ ਪੁੱਤਰ ਨਾ ਸਮਝਿਓ, ਇਹ ਤਾਂ ਕੋਈ ਅਵਤਾਰੀ ਪੁਰਸ਼ ਹੈ, ਕੋਈ ਅਵਤਾਰ ਹੈ। ਬਿਨਾ ਪੜੇ ਹੀ ਪੜ ਰਹੇ ਹੋ ਸਭਿਨ ਪੜਾਵਨ ਹਾਰ। ਇਹ ਬਿਨਾ ਪੜਿਆ ਹੀ ਸਭ ਕੁਝ ਪੜੇ ਹੋਏ ਨੇ, ਇਹ ਤਾਂ ਸਾਰਿਆਂ ਨੂੰ ਪੜਾਉਣ ਆਏ ਐ। ਜਿਹੜੇ ਪੜ੍ਹਾਈ ਦੇ ਹੰਕਾਰ ਦੇ ਨਸ਼ੇ ਵਿੱਚ ਮੱਤੇ ਹੋਏ ਨਾਨੂ ਵਰਗੇ ਪੰਡਤ ਨੇ, ਇਹ ਤਾਂ ਉਹਨਾਂ ਨੂੰ ਵੀ ਪੜਾਉਣ ਆਏ ਐ। ਇਹ ਤਾਂ ਸਾਰੇ ਸੰਸਾਰ ਦੇ ਜੀਵਾਂ ਨੂੰ ਪੜਾਉਣ ਆਇਆ, ਦੱਸਣ ਆਇਆ ਅਸਲ ਵਿੱਚ ਪੜ੍ਹਾਈ ਕੀ ਹੁੰਦੀ ਹੈ। ਕਿਤਾਬਾਂ ਪੜ੍ਹਨੀਆਂ ਲੋਕ ਜਾਣਦੇ ਨੇ, ਪਰ ਇਹ ਜੋ ਪੜਾਉਣ ਆਏ ਨੇ ਉਹ ਵਿਲੱਖਣ ਹੈ ਪਟਵਾਰੀ ਸਾਹਿਬ। ਇਹ ਤਾਂ ਸਾਡੇ ਵਰਗੇ ਜੀਵਾਂ ਦਾ ਭਲਾ ਕਰਨ ਲਈ ਆਏ ਹਨ। ਚੌਪਈ ਇਸ ਪੜਨੇ ਕੇ ਪਰ ਹੋ ਨਾ ਖਿਆਲੇ। ਇਹਨਾਂ ਦੇ ਪੜਾਉਣ ਵਿੱਚ ਖਿਆਲ ਚ ਨਾ ਪੈ ਵੀ ਇਹਨਾਂ ਨੂੰ ਪੜਾਉਣਾ ਕਿਤੇ, ਇਹਨਾਂ ਨੂੰ ਪੜ੍ਹਨੇ ਪਾਉਣਾ, ਇਹ ਖਿਆਲ ਤੁਸੀਂ ਛੱਡ ਦਿਓ। ਸਭ ਕਰਤਾ ਜੋ ਵਿਦਿਆ ਜਾਲੇ। ਦੁਨੀਆ ਦੀ ਜਿੰਨੀ ਵਿਦਿਆ ਹੈ ਉਸ ਵਿਦਿਆ ਦੇ ਕਰਨਹਾਰ ਕਰਤਾ ਹਨ। ਦੁਨੀਆ ਦੀ ਜਿਤਨੀ ਵਿਦਿਆ ਹੈ ਉਸ ਵਿਦਿਆ ਦੇ ਕਰਤਾ ਨੇ। ਦੁਨੀਆ ਦੀ ਹਰ ਵਿਦਿਆ ਇਹਨਾਂ ਦੇ ਚਰਨਾਂ ਵਿੱਚੋਂ ਉਤਪੰਨ ਹੁੰਦੀ ਹੈ। ਹਾਂਜੀ, ਦੀਪ ਦਿਪਾਏ ਬ੍ਰਿਤਾਸ ਸਮਾਈ। ਕਹਿੰਦੇ ਦੀਵਾ ਜਗਾ ਕੇ ਸੂਰਜ ਦੇ ਸਾਹਮਣੇ ਸੂਰਜ ਦੀ ਕੀ ਉਪਮਾ ਹੈ? ਇਹਨਾਂ ਨੂੰ ਪੜਾਉਣ ਦਾ ਮਤਲਬ ਹੈ ਕਿ ਸੂਰਜ ਦੇ ਸਾਹਮਣੇ ਦੀਵਾ ਜਗਾਣਾ ਤੇ ਆਪਣੀ ਮੂਰਖਤਾ ਦਾ ਜਲੂਸ ਕੱਢਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੂਰਜ ਹੋਵੇ ਤੇ ਕੋਈ ਦੀਵਾ ਜਗਾ ਕੇ ਉਹਦੇ ਸਾਹਮਣੇ ਕਹੇ ਵੀ ਮੇਰੇ ਕੋਲ ਜ਼ਿਆਦਾ ਰੋਸ਼ਨੀ ਹੈ, ਇਹ ਤਾਂ ਉਹਦੀ ਮੂਰਖਤਾ ਦਾ ਜਲੂਸ ਹੋਇਆ ਨਾ। ਕਹਿੰਦੇ ਸਾਡੇ ਵਰਗੇ ਜਿੰਨੇ ਪੜ੍ਹੇ ਹੋਏ ਪਾਧੇ ਨੇ ਨਾ, ਉਹ ਦੀਵਿਆਂ ਦੀ ਰੋਸ਼ਨੀ ਕਰਨ ਜੋਗੇ ਨੇ। ਇਹਦਾ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹਨ। ਇਹਨਾਂ ਦੇ ਸਾਹਮਣੇ ਅਸੀਂ ਕੀ ਪੜ੍ਹਾਈਏ, ਇਹਨਾਂ ਨੂੰ ਕੀ ਵਿਦਿਆ ਸਿਖਾਈਏ? ਤਮ ਹਰਬੇ ਕੋ ਨਾਰਿਓ ਦਤਾਈ। ਇਹ ਤਾਂ ਸੰਸਾਰ ਦੇ ਜੀਵਾਂ ਦੇ ਅੰਧਕਾਰ ਨੂੰ ਦੂਰ ਕਰਨ ਲਈ ਮਨੁੱਖੀ ਸਰੀਰ ਧਾਰਨ ਕਰਕੇ ਸੰਸਾਰ ਵਿੱਚ ਆਏ ਹਨ। ਦੀਪਕ ਤੇ ਕਿਆ ਹੋਏ ਪ੍ਰਕਾਸ਼ਾ। ਅਸੀਂ ਭਲਾ ਦੀਵਿਆਂ ਤੋਂ ਕੀ ਪ੍ਰਕਾਸ਼ ਕਰ ਸਕਦੇ ਹਾਂ? ਫੀਕੀ ਪ੍ਰਭਾ ਪਰੈ ਅਗਤਾਸਾ। ਕਹਿੰਦੇ ਇਹਨਾਂ ਦੇ ਸਾਹਮਣੇ ਅਸੀਂ ਦੀਵੇ ਦਾ ਪ੍ਰਕਾਸ਼ ਕਰਾਂਗੇ ਤਾਂ ਸਾਡੀ ਜਿਹੜੀ ਦੀਵੇ ਦੀ ਪ੍ਰਕਾਸ਼ ਦੀ ਲੋ ਹੈ ਉਹ ਮੱਧਮ ਪਵੇਗੀ। ਜੇ ਅਸੀਂ ਇਹਨਾਂ ਨੂੰ ਪੜ੍ਹਾਵਾਂਗੇ ਤਾਂ ਸਾਡੀ ਪੜ੍ਹਾਈ ਤਾਂ ਇਹਨਾਂ ਦੇ ਪੜ੍ਹੇ ਲਿਖੇ ਹੋਣ ਦੇ ਸਾਹਮਣੇ ਕੱਖ ਵੀ ਨਹੀਂ। ਸੋਤੇ ਉਸਤਤ ਸੁਨ ਸ਼ਰੁਤ ਮੈਂ ਕਾਲੂ। ਜਦੋਂ ਗੋਪਾਲ ਪਾਂਧੇ ਦੇ ਮੁਖੋਂ ਪਿਤਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਸੁਣੀ, ਸਤਿਗੁਰਾਂ ਦੀਆਂ ਸਿਫਤਾਂ ਸੁਣੀਆਂ, ਬਿਨ ਸ਼ਰਦਾ ਔਰ ਹਰਖ ਬਿਸਾਲੂ। ਮਨ ਖੁਸ਼ ਹੋਇਆ ਪਰ ਗੁਰੂ ਸਾਹਿਬ ਤੇ ਸ਼ਰਧਾ ਨਹੀਂ ਬਣੀ। ਖੁਸ਼ੀ ਹੋਈ ਪਰ ਸ਼ਰਧਾ ਨਹੀਂ ਬਣੀ ਕਿ ਮੇਰੇ ਪੁੱਤਰ ਅਵਤਾਰ ਹਨ। ਇਹ ਸ਼ਰਧਾ ਨਹੀਂ ਜਾਗੀ। ਖੁਸ਼ੀ ਜ਼ਰੂਰ ਹੋਈ ਕਿ ਪਾਂਧਾ ਮੇਰੇ ਪੁੱਤਰ ਦੀ ਸਿਫਤ ਕਰ ਰਿਹਾ ਹੈ। ਹਟ ਕਰ ਘਰ ਆਵਤ ਪਾਸੋ। ਪਿਤਾ ਜੀ ਗੁਰੂ ਨਾਨਕ ਸਾਹਿਬ ਨੂੰ ਨਾਲ ਲਿਆ ਤੇ ਲੈ ਕੇ ਘਰ ਵਾਪਸ ਆ ਗਏ। ਕਰਨ ਲੱਗੇ ਉਹ ਕਾਰਜ ਨਿਜ ਜੋ। ਤੇ ਪਿਤਾ ਜੀ ਆਪਣੇ ਕੰਮਕਾਰ 'ਚ ਵਿਅਸਤ ਹੋ ਗਏ ਵੀ ਜੇ ਪਾਂਧਾ ਕਹਿੰਦਾ ਇਹਨੂੰ ਲੋੜ ਹੀ ਨਹੀਂ ਤੇ ਫਿਰ ਕਿਉਂ ਪੜਾਉਣ ਪਾਣਾ। ਪਿਤਾ ਜੀ ਜਿਹੜੇ ਹੋਰ ਜ਼ਿੰਮੇਵਾਰੀਆਂ ਦੇ ਕੰਮ ਸਨ ਉਹਨਾਂ ਦੇ ਉਹ ਕਰਨ ਲੱਗ ਪਏ। ਸ਼੍ਰੀ ਨਾਨਕ ਕੀ ਇੱਛਾ ਜਹਵਾ। ਤੇ ਜਗਤ ਗੁਰੂ ਪਾਤਸ਼ਾਹ ਆਪਣੀ ਇੱਛਾ ਨਾਲ ਵਿਚਰਦੇ। ਜਿੱਥੇ ਸਤਿਗੁਰਾਂ ਦਾ ਦਿਲ ਕਰਦਾ ਉੱਥੇ ਮਹਾਰਾਜ ਜੀ ਵਿਚਰਦੇ, ਬਾਲ ਲੀਲਾ ਕਰਦੇ ਨੇ। ਵਿਚਰੈ ਬਾਲਕ ਮੈਂ ਮਿਲ ਤਹਿਵਾ। ਔਰ ਜਿੱਥੇ ਉਹਨਾਂ ਦਾ ਚਿੱਤ ਕਰਦਾ ਬੱਚਿਆਂ ਨਾਲ ਮਿਲ ਕੇ ਉੱਥੇ ਹੀ ਫਿਰਦੇ ਨੇ, ਵਿਚਰਦੇ ਨੇ। ਦੋਹਰਾ ਮਸਤਕ ਆਯੁਤ ਦਿਪਤ ਦੁੱਤ ਚਿਤ ਮੋਹਤ ਨਰ ਬਾਲ। ਕਹਿੰਦੇ ਮੱਥਾ ਚੌੜਾ ਹੈ, ਚਿਹਰੇ ਤੇ ਪ੍ਰਕਾਸ਼ ਹੈ। ਜਿਹੜਾ ਵੇਖਦਾ ਮਹਾਰਾਜ ਜੀ ਦੇ ਐਸੇ ਬਾਲ ਸਰੂਪ ਨੂੰ, ਉਹਦਾ ਮਨ, ਉਹਦਾ ਚਿੱਤ ਮੋਹਿਆ ਜਾਂਦਾ ਹੈ। ਕਮਲ ਦਲਨ ਸੇ ਦ੍ਰਿਗ ਲਲਿਤ ਆਲਿਰਾ ਲਾਜ ਵਿਸਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਮਲ ਜੈਸੀਆਂ ਪੰਖੜੀਆਂ, ਜੈਸੇ ਕਮਲ ਦੀਆਂ ਪੰਖੜੀਆਂ ਜੈਸੇ ਨੇਤਰ ਨੇ, ਬੜੇ ਸੁੰਦਰ। ਆਲਿਆ ਲਾਜ ਵਿਸਾਲ, ਤੇ ਨੇਤਰਾਂ ਵਿੱਚ ਲਾਜ ਹੈ। ਜਿਹੜਾ ਸ਼ਰਨ ਆਉਂਦਾ ਸ਼ਰਨ ਆਏ ਦੀ ਲਾਜ ਰੱਖਦੇ ਆ, ਕਿਉਂਕਿ ਮੇਰੇ ਸਾਹਿਬ ਦੇ ਨੇਤਰ ਲਾਜ ਨਾਲ ਭਰੇ ਹੋਏ ਨੇ।
ਨਿਹੰਗ ਸਿੰਘ ਕਹਿੰਦੇ ਹੁੰਦੇ ਬੋਲਾ ਬੋਲਦੇ ਹੁੰਦੇ ਆ, ਉਹ ਕਹਿੰਦੇ ਆ ਵਾਹਿਗੁਰੂ ਨਾ ਕਰੀ ਕਿਸੇ ਦਾ ਮੁਥਾਜ, ਜੇ ਕਰੀ ਕਿਸੇ ਦਾ ਮੁਥਾਜ ਉਹਦੇ ਨੇਤਰਾਂ 'ਚ ਹੋਵੇ ਲਾਜ। ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਨੇਤਰ ਸਲਾਜ ਲਾਜ ਸਹਿਤ ਨੇ। ਜਿਹੜਾ ਸ਼ਰਨ ਆਉਂਦਾ ਨਾ, ਸ਼ਰਨ ਆਏ ਦੀ ਲੱਜਾ ਰੱਖਦੇ ਨੇ, ਕਿਉਂਕਿ ਨੇਤਰਾਂ 'ਚ ਲਾਜ ਜੋ ਹੈ, ਕਹਿੰਦੇ ਐਸੇ ਸੋਹਣੇ ਨੇਤਰ ਨੇ ਸਤਿਗੁਰਾਂ ਦੇ। ਚੌਪਈ ਦਸਨ ਦਮਕ ਅਧਰਨ ਮਦ ਐਸੇ। ਔਰ ਗੁਰਦੇਵ ਦੇ ਬੁੱਲਾਂ ਦੇ ਵਿੱਚ ਮਹਾਰਾਜ ਜੀ ਦੇ ਦੰਦ ਇਤਨੇ ਸੁੰਦਰ ਚਮਕਦੇ ਹਨ, ਗਿਰਾ ਸਦਨ ਹੀਰਾ ਵਲ ਜੈਸੇ। ਕਹਿੰਦੇ ਮਾਨੋ ਜਿਵੇਂ ਹੀਰਿਆਂ ਦੀ ਪੰਗਤ ਲੱਗੀ ਹੋਵੇ, ਔਰ ਮੁਖ ਵਿੱਚੋਂ ਸੋਹਣੀ ਬਾਣੀ ਜਿਹੜੀ ਉਚਾਰਨ ਕੀਤੀ ਜਾ ਰਹੀ ਹੈ ਉਹ ਹੀਰਿਆਂ ਦੀ ਖਾਨ ਹੋਵੇ। ਭੁਜ ਸੁੰਦਰ ਕਰ ਸਜਤ ਕਿਊਰਾ। ਮਹਾਰਾਜ ਜੀ ਦੀਆਂ ਬਾਹਾਂ ਬੜੀਆਂ ਸੁੰਦਰ, ਤੇ ਮੋਢੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਚੇ ਬੜੇ ਹੀ ਸੁੰਦਰ ਨੇ, ਔਰ ਬਹੂਟੇ ਬੱਧੇ ਹੋਏ ਨੇ। ਕਿਊਰਾ ਕਹਿੰਦੇ ਨੇ ਬਹੂਟੇ ਡੋਲਿਆਂ ਦੇ ਨਾਲ ਨਾ, ਉਹ ਰਾਗਸੀ ਠਾਠ ਦੀ ਨਿਸ਼ਾਨੀ ਹੁੰਦੀ ਹੈ, ਤੋ ਡੋਲਿਆਂ ਦੇ ਨਾਲ ਬਹੂਟੇ ਬੱਧੇ ਹੋਣ ਨੂੰ ਅੰਗਦ ਵੀ ਕਹਿ ਦਿੰਦੇ ਹਨ। ਕਲ ਕੁੰਡਲ ਸ਼ਰੋਨਨ ਛਬਰੂਰਾ। ਉਹਨਾਂ ਵੇਲਿਆਂ 'ਚ ਜਿਹੜੇ ਅਮੀਰਾਂ ਦੇ ਬਾਲਕ ਹੁੰਦੇ ਸੀ ਉਹਨਾਂ ਦੇ ਕੰਨਾਂ 'ਚ ਕੁੰਡਲ ਵੀ ਪਾਉਂਦੇ ਸੀ, ਤੋ ਮਹਾਰਾਜ ਜੀ ਦੇ ਕੰਨਾਂ 'ਚ ਕੁੰਡਲ ਵੀ ਪਾਏ ਹੋਏ ਨੇ, ਤੇ ਬੜੇ ਸੁੰਦਰ ਲੱਗਦੇ ਨੇ। ਮਾਤਾ ਜੀ ਆਪ ਸਜਾਉਂਦੇ ਨੇ। ਜਿਹ ਹੇਰੈ ਕਰੁਣਾ ਕੀ ਕੋਰਾ। ਸਤਿਗੁਰੂ ਜੀ ਜਿਸ ਵੱਲ ਵੀ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਟੇਢੀ ਨਿਗਾਹ ਕਰਕੇ ਵੀ ਵੇਖਦੇ ਨੇ, ਤਾਹੇ ਭਵੋ ਦਿਦ ਤੇ ਦੈ ਧੋਰਾ। ਜਦੋਂ ਵੇਖਦੇ ਨੇ ਬਸ ਵੇਖਦੇ ਹੀ ਧੱਕਾ ਲਾਉਂਦੇ ਤੇ ਸੰਸਾਰ ਤੋਂ ਤਾਰ ਦਿੰਦੇ ਆ। ਕਹਿੰਦੇ ਜਦੋਂ ਵੇਖਦੇ ਆ ਨਾ, ਉਹਨਾਂ ਦਾ ਵੇਖਣਾ ਹੀ ਏਦਾਂ ਸਮਝੋ ਵੀ ਜਿਵੇਂ ਉਹਦੀ ਜ਼ਿੰਦਗੀ ਦੀ ਕਿਸ਼ਤੀ ਨੂੰ ਲਾਇਆ ਧੱਕਾ, ਵੇਖ ਕੇ ਬਸ ਇਸ਼ਾਰਾ ਹੀ ਕੀਤਾ, ਤੇ ਕਹਿੰਦੇ ਉਹਦੀ ਜ਼ਿੰਦਗੀ ਉਹ ਇਸ ਭਵ ਸਾਗਰ ਤੋਂ ਤਰ ਕੇ ਪਾਰ ਉਤਰ ਗਿਆ, ਜਿਹਦੇ ਵੱਲ ਸਤਿਗੁਰੂ ਜੀ ਨੇ ਦਇਆ ਦ੍ਰਿਸ਼ਟੀ ਨਾਲ ਬਸ ਟੇਢੀ ਝਿੰਮੀ ਕਰਕੇ ਵੇਖਿਆ। ਇੱਕ ਬਾਸੁਰ ਕਾਗਦ ਕੁਛ ਲੀਨੇ। ਕਹਿੰਦੇ ਇੱਕ ਦਿਨ ਦਾ ਬਚਨ ਹੈ, ਸਤਿਗੁਰੂ ਜੀ ਨੇ ਆਪਣੇ ਹੱਥਾਂ ਵਿੱਚ ਕੁਝ ਕਾਗਜ਼ ਫੜੇ ਹਨ। ਲਗ ਪੋਥੀ ਸੀ ਕਰ ਹੈ ਅਸੀਨੇ। ਉਹਦੀ ਛੋਟੀ ਜੀ ਪੋਥੀ ਬਣੀ ਹੋਈ ਇਕੱਠੀ, ਤੇ ਮਹਾਰਾਜ ਜੀ ਬੜੇ ਧਿਆਨ ਨਾਲ ਉਹਨਾਂ ਕਾਗਜ਼ਾਂ ਵਿੱਚ ਕੁਝ ਪੜ੍ਹ ਰਹੇ ਨੇ। ਜਿਹੇ ਜੇ ਕੁਲ ਉਪਜੈ ਜੋ ਜੋ। ਕਿਉਂਕਿ ਸੁਭਾਵਕ ਹੈ, ਜਿਹੜੀ ਜਿਹੜੀ ਕੁਲ ਦੇ ਵਿੱਚ ਜਿਹੋ ਜਿਹਾ, ਜਿਸ ਕੁਲ ਵਿੱਚ ਕੋਈ ਬੱਚਾ ਪੈਦਾ ਹੁੰਦਾ ਹੈ, ਉਹਦੇ ਬਜ਼ੁਰਗ ਜੋ ਕਰਦੇ ਹੁੰਦੇ ਆ, ਅੱਗੋਂ ਬੱਚੇ ਵੀ ਉਦਾਂ ਕਰਦੇ ਆ। ਜੇ ਲੁਹਾਰ ਦੇ ਘਰੇ ਕੋਈ ਪੁੱਤ ਜੰਮਿਆ ਹੋਵੇ, ਬੱਚਾ ਜੰਮਿਆ ਹੋਵੇ, ਤਾਂ ਉਹ ਲੋਹੇ ਦਾ ਹਥੌੜਾ ਵਗੈਰਾ ਲੈ ਕੇ ਉਹਨਾਂ ਦੇ ਨਾਲ ਖੇਡਦੇ ਆ। ਤੇ ਲੱਕੜਵਾ ਕੰਮ ਕਰਨ ਵਾਲੇ ਦੇ ਘਰ ਦੇ ਵਿੱਚ ਜੰਮਿਆ ਬੱਚਾ, ਉਹ ਲੱਕੜੀ ਦਾ ਕੰਮ ਕਿਉਂਕਿ ਘਰ ਵਿੱਚ ਵੇਖਦਾ। ਜਿੱਦਾਂ ਦੇ ਘਰ ਦੇ ਵਿੱਚ ਵੱਡੇ ਕੰਮ ਕਰਦੇ ਹੁੰਦੇ ਆ, ਬੱਚੇ ਉਦਾਂ ਦਾ ਕਰਦੇ ਆ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਪਟਵਾਰੀ ਸੀ, ਬੇਦੀ ਸੀ, ਉਹ ਕਾਗਜ਼ਾਂ 'ਚ ਹੀ ਰਹਿੰਦੇ ਸੀ ਸਾਰਾ ਦਿਨ, ਤੇ ਸਤਿਗੁਰੂ ਜੀ ਵੀ ਉਸੇ ਤਰ੍ਹਾਂ ਬਾਲ ਲੀਲਾ ਕਰਦੇ ਆ। ਉਹ ਕਾਗਜ਼ ਫੜੇ ਹੋਏ ਹੱਥਾਂ ਵਿੱਚ, ਤੇ ਕਾਗਜ਼ ਬੜੇ ਗਹੁ ਨਾਲ ਧਿਆਨ ਨਾਲ ਪੜ੍ਹ ਰਹੇ ਨੇ। ਦੇਖ ਵੱਡਨ ਸਿਸ ਖੇਲੈ ਸੋ। ਕਿਉਂਕਿ ਵੱਡਿਆਂ ਨੂੰ ਵੇਖ ਕੇ ਬੱਚੇ ਉਸੇ ਤਰ੍ਹਾਂ ਦੀਆਂ ਖੇਡਾਂ ਖੇਡਦੇ ਜੋ ਘਰ ਵਿੱਚ ਵੱਡੇ ਕਰਦੇ ਆ। ਭਾਵੇਂ ਕਈ ਵਾਰੀ ਬਜ਼ੁਰਗ ਘਰ ਵਿੱਚ ਵੱਡੇ ਸੋਚਦੇ ਆ ਵੀ ਅਸੀਂ ਜੋ ਕਰ ਰਹੇ ਆ ਇਹਨਾਂ ਦਾ ਕਿਹੜਾ ਬੱਚਿਆਂ ਤੇ ਅਸਰ ਹੋਣਾ, ਹਾਲੇ ਤਾਂ ਇਹ ਬੱਚੇ ਨੇ, ਪਰ ਉਹਨਾਂ ਦੇ ਸੰਸਕਾਰ ਬਣੀ ਜਾਂਦੇ ਆ ਵੇਖ ਵੇਖ ਕੇ। ਜੋ ਜੋ ਘਰ ਵਿੱਚ ਵੱਡੇ ਕਰਦੇ ਆ ਉਹ ਬੱਚੇ ਵੀ ਕਰਨ ਲੱਗ ਪੈਂਦੇ। ਜੇ ਪਿਓ ਪੁੱਤ ਦੇ ਸਾਹਮਣੇ ਸ਼ਰਾਬ ਦੇ ਡੱਟ ਖੋਲ ਕੇ ਪੀਂਦਾ ਹੈ ਤਾਂ ਸੁਭਾਵਕ ਹੈ ਬੱਚੇ ਨੇ ਵੀ ਉਹਦੇ ਅੰਦਰ ਸੰਸਕਾਰ ਬਣਦੇ ਨੇ, ਉਹ ਵੀ ਉਹਦੀ ਰੀਸ ਕਰਕੇ ਖਾਲੀ ਗਲਾਸੀਆਂ ਜੀਆਂ ਲੈ ਕੇ ਪਾਣੀ ਲੈ ਕੇ ਬਹੇਗਾ ਵੀ ਪਿਓ ਇਦਾਂ ਕਰਦਾ ਹੈ। ਹੌਲੇ ਹੌਲੇ ਕਰਕੇ ਉਹ ਪਿਓ ਦੀ ਰੀਸ ਕਰਦੇ ਕਰਦੇ ਮੁੜ ਕੇ ਆਪ ਪੀਣ ਲੱਗ ਪੈਂਦੇ ਐ। ਤੇ ਇੰਨੇ ਨੂੰ ਪਿਓ ਕਹਿੰਦਾ ਵੀ ਹੁਣ ਮੈਂ ਬੁੱਢਾ ਹੋ ਗਿਆ, ਛੱਡ ਦਿਆਂ, ਤੇਰੀ ਛੱਡੀ ਦਾ ਹੁਣ ਕੀ ਲਾਭ ਹੋਣਾ। ਅੱਗੇ ਪੁੱਤਰ ਨੇ ਸ਼ੁਰੂ ਕਰ ਲਿਆ ਕੰਮ, ਉਸ ਤੋਂ ਅੱਗੇ ਹੁਣ ਨਸ਼ੇ ਵਾਲੇ ਪਾਸੇ ਨੂੰ ਟੁਰ ਪਿਆ। ਹੋਰ ਕਈ ਤਰ੍ਹਾਂ ਦੀਆਂ ਲਾਹਨਤਾਂ ਨੇ ਸੰਸਾਰ 'ਚ। ਤੋ ਇਸ ਤਰ੍ਹਾਂ ਘਰ ਦੇ ਵਿੱਚ ਵਿਗਾੜ ਜਿਹੜਾ ਹੈ ਉਹ ਵੱਡਿਆਂ ਤੋਂ ਹੀ ਪੈਂਦਾ। ਜੇ ਸੁਧਾਰ ਹੋਵੇ ਤੇ ਉਹ ਵੀ ਘਰ ਦੇ ਪਰਿਵਾਰ 'ਚੋਂ ਹੀ ਹੁੰਦਾ। ਘਰ ਵਿੱਚ ਬਾਣੀ ਪੜ੍ਹਨ ਵਾਲਾ ਮਾਹੌਲ ਹੋਵੇ ਤੇ ਬੱਚੇ ਵੀ ਬਾਣੀ ਪੜ੍ਹਨ ਲੱਗ ਪੈਂਦੇ ਆ, ਸਿਮਰਨ ਭਜਨ 'ਚ ਲੱਗ ਜਾਂਦੇ ਆ। ਤੋ ਜਿਸ ਤਰ੍ਹਾਂ ਦਾ ਮਾਹੌਲ ਹੋਵੇ ਵੱਡਿਆਂ ਦਾ, ਬੱਚੇ ਵੇਖ ਕੇ ਉਸੇ ਤਰ੍ਹਾਂ ਹੀ ਕਰਦੇ ਨੇ। ਪਿਤਾ ਜੀ ਪਟਵਾਰੀ ਸਨ, ਕਾਗਜ਼ਾਂ ਦਾ ਲੇਖਾ ਜੋਖਾ ਕਰਦੇ ਸੀ, ਤੋ ਸਤਿਗੁਰੂ ਜੀ ਵੀ ਵੇਖ ਕੇ ਉਸੇ ਤਰ੍ਹਾਂ ਕਾਗਜ਼ ਖੋਲਣੇ,
ਥੋੜੇ ਜਿਹੇ ਕਾਗਜ਼ ਫੜੇ ਨੇ, ਬੜੇ ਧਿਆਨ ਨਾਲ ਪੜ੍ਹ ਰਹੇ ਨੇ। ਕਰ ਮਹਿ ਗਹੇ ਕਰ ਹੈ ਤਿਉ ਲੀਲਾ, ਔਰ ਹੱਥ ਵਿੱਚ ਫੜ ਕੇ ਮਹਾਰਾਜ ਜੀ ਉਸੇ ਤਰ੍ਹਾਂ ਦੀ ਲੀਲਾ ਕਰ ਰਹੇ ਹਨ। ਪਤਿਤ ਉਦਾਹਰਨ ਬਿਰਦ ਗਹੀਲਾ, ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਬਿਰਦ ਹੈ ਪਤਤਾਂ ਨੂੰ ਉਧਾਰਨਾ, ਪਤਤਾਂ ਦਾ ਇਸ ਭਵ ਸਾਗਰ ਤੋਂ ਪਾਰ ਉਤਾਰਾ ਕਰਨਾ, ਇਹ ਮੇਰੇ ਸਤਿਗੁਰਾਂ ਦਾ ਬਿਰਦ ਹੈ। ਇਹ ਗੁਰੂ ਨਾਨਕ ਸਾਹਿਬ ਦਾ ਪ੍ਰਣ ਹੈ। ਦੋਹਰਾ ਕਾਲੂ ਚਲ ਤਿਸ ਕਾਲ ਮਹਿ ਆਏ ਲਾਲ ਕਲ ਦੇਖ। ਇਹਨੇ ਨੂੰ ਪਿਤਾ ਜੀ ਘਰ ਆਏ ਤੇ ਉਹਨਾਂ ਨੇ ਆਪਣੇ ਲਾਲ ਨੂੰ ਖੇਡਦਿਆਂ ਵੇਖਿਆ ਕਿ ਨਾਨਕ ਨੇ ਹੱਥ ਦੇ ਵਿੱਚ ਕੁਝ ਕਾਗਜ਼ ਫੜੇ ਨੇ। ਪਿਤਾ ਜੀ ਦੀ ਨਿਗਾਹ ਪੈ ਗਈ। ਬੋਲਿਓ ਬੋਲ ਬਿਲਾਸ ਕੇ ਪ੍ਰੇਮ ਤਰੇ ਜਿਉ ਵੇਖ। ਤੇ ਸਤਿਗੁਰਾਂ ਨਾਲ ਹੱਸਦਿਆਂ ਹੋਇਆਂ ਪਿਤਾ ਜੀ ਬੋਲੇ ਵੀ ਇਹਨੂੰ ਹੁਣ ਕਾਗਜ਼ਾਂ ਦਾ ਕੀ ਪਤਾ। ਜਿਵੇਂ ਹੱਸਦਿਆਂ ਹੋਇਆਂ ਪਿਤਾ ਜੀ ਪੁੱਛਣ ਲੱਗੇ, ਬੋਲੇ ਕਹਿਣ ਲੱਗੇ, ਚੌਪਈ ਕਹੋ ਤਾਤ ਕਾਗਜ਼ ਕਰ ਲੀਨੇ। ਕਹਿਣ ਲੱਗੇ ਪੁੱਤਰ ਨਾਨਕ ਆ ਕਾਗਜ਼ ਹੱਥ ਵਿੱਚ ਫੜੇ ਨੇ, ਅੱਜ ਮੇਰੇ ਲਾਲ ਨੇ, ਅੱਜ ਮੇਰੇ ਪੁੱਤ ਨੇ ਕਾਗਜ਼ ਫੜੇ ਹੋਏ ਨੇ ਹੱਥ ਵਿੱਚ। ਕਿਆ ਤੁਮ ਪੜ੍ਹੋ ਸਿਸਨ ਮੈਂ ਭੀਨੇ। ਆ ਬੱਚੇ ਆਲੇ ਦੁਆਲੇ ਖੇਡਦੇ ਆ, ਉਹਨਾਂ ਵਿੱਚ ਬੈਠੇ ਤੁਸੀਂ ਕੀ ਪੜ੍ਹਦੇ ਹੋ? ਮੇਰਾ ਲਾਲ ਕੀ ਪੜ੍ਹਦਾ ਕਾਗਜ਼ਾਂ ਵਿੱਚ ਲਿਖਿਆ? ਏਦਾਂ ਪਿਤਾ ਜੀ ਨੇ ਹੱਸਦਿਆਂ ਹੋਇਆਂ ਪੁੱਛਦੇ ਐ। ਨੈਕ ਨਾ ਇਤਿਉਤ ਹੇਰਤ ਕਾਹੂ। ਬੜੇ ਧਿਆਨ ਨਾਲ ਪੜ੍ਹ ਰਹੇ ਹੋ, ਸੱਜੇ ਖੱਬੇ ਵੀ ਨਹੀਂ ਵੇਖਦੇ, ਇੱਧਰ ਉੱਧਰ ਵੀ ਨਹੀਂ ਤੱਕਦੇ, ਕੀ ਪੜ੍ਹਦੇ ਪਏ ਹੋ ਇਹਨਾਂ ਕਾਗਜ਼ਾਂ ਵਿੱਚ? ਰਿਦਾ ਲਗਾਇਓ ਕਾਗਦ ਮਾਹੂ। ਆਪਣਾ ਸਾਰਾ ਧਿਆਨ ਇਹਨਾਂ ਕਾਗਜ਼ਾਂ 'ਚ ਲਾਇਆ, ਜਿਵੇਂ ਕੋਈ ਬਾਣੀਆਂ ਹਿਸਾਬ ਕਿਤਾਬ ਕਰਦਾ ਹੁੰਦਾ, ਏਦਾਂ ਆਪਣਾ ਸਾਰਾ ਧਿਆਨ ਇਹਨਾਂ ਕਾਗਜ਼ਾਂ ਵਿੱਚ ਲਾਇਆ ਹੋਇਆ। ਜਿਉ ਪੰਡਤ ਵੇਦਾਂਤ ਵਿਚਾਰਤ। ਜਾਂ ਜਿਵੇਂ ਕੋਈ ਪੰਡਤ ਵਿਦਾਂਤ ਨਹੀਂ ਵਿਚਾਰਦਾ ਹੁੰਦਾ, ਵਿਦਾਂਤ ਬੜਾ ਕਠਿਨ ਹੁੰਦਾ, ਉਹਦੇ 'ਚ ਬਹੁਤ ਸਾਰੇ ਵਿੱਚ ਕੋਈ ਪੰਡਤ ਜਿਵੇਂ ਵਿਦਾਂਤ ਨੂੰ ਵਿਚਾਰਦਾ ਹੁੰਦਾ ਬੜੇ ਧਿਆਨ ਨਾਲ। ਨੈਕ ਨ ਮਨ ਕੋ ਕਿਤਹੂ ਟਾਰਤ। ਉਹ ਆਪਣਾ ਮਨ ਥੋੜਾ ਜਿੰਨਾ ਵੀ ਇੱਧਰ ਉੱਧਰ ਨਹੀਂ ਕਰਦਾ, ਉਹ ਬੜੇ ਧਿਆਨ ਨਾਲ ਵਿਦਾਂਤ ਨੂੰ ਵਿਚਾਰਦਾ। ਸੁਨ ਕਰ ਪਿਤਾ ਬਚਨ ਕੋ ਬੋਲੇ। ਤੁਸੀਂ ਵੀ ਏਦਾਂ ਹੀ ਪੜ੍ਹ ਰਹੇ ਹੋ, ਕੀ ਪੜ੍ਹ ਰਹੇ ਹੋ? ਤੇ ਅੱਗੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਪਿਤਾ ਜੀ ਨੂੰ ਕਹਿਣ ਲੱਗੇ, ਸੰਪਟ ਬਿਦਰਮ ਅੰਮ੍ਰਿਤ ਖੋਲੇ। ਕਹਿੰਦੇ ਜਿਵੇਂ ਮੋਤੀਆਂ ਦਾ ਡੱਬਾ ਨਹੀਂ ਖੁੱਲਦਾ ਤੇ ਮੋਤੀਆਂ ਦੇ ਡੱਬੇ ਵਿੱਚੋਂ ਅੰਮ੍ਰਿਤ ਬਾਹਰ ਆਉਂਦਾ, ਏਦਾਂ ਸਤਿਗੁਰਾਂ ਦਾ ਮੁਖ ਮੰਡਲ ਖੁੱਲਾ ਤੇ ਅੰਮ੍ਰਿਤ ਰੂਪੀ ਬਾਣੀ ਬੋਲੀ। ਸਪਤ ਸ਼ਲੋਕੀ ਪੜ੍ਹਾਉ ਗੀਤਾ। ਕਹਿਣ ਲੱਗੇ ਪਿਤਾ ਜੀ ਸਪਤ ਸ਼ਲੋਕੀ ਗੀਤਾ ਪੜ੍ਹ ਰਿਹਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਪਿਤਾ ਜੀ ਸਪਤ ਸ਼ਲੋਕੀ ਗੀਤਾ ਹੈ। ਸਪਤ ਸ਼ਲੋਕੀ ਸਾਰੀ ਗੀਤਾ ਚੋਂ 7 ਸ਼ਲੋਕ ਕੱਢ ਕੇ ਉਹਦਾ ਨਿਚੋੜ, ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਜਪਜੀ ਸਾਹਿਬ ਹੈ ਨਾ, ਏਦਾਂ ਸ੍ਰੀ ਮਦ ਭਾਗਵਤ ਗੀਤਾ ਦੇ 7 ਸ਼ਲੋਕ ਉਹ ਸਾਰੀ ਗੀਤਾ ਦਾ ਸਾਰ ਹੁੰਦਾ ਹੈ, ਨਿਚੋੜੋ ਸਪਤ ਸ਼ਲੋਕੀ ਗੀਤਾ ਕਹਿ ਦਿੰਦੇ ਆ ਉਹਨੂੰ। ਮਹਾਰਾਜ ਉਹ ਬੜੇ ਔਖੇ ਹੁੰਦੇ ਆ ਸ਼ਲੋਕ, ਸੰਸਕ੍ਰਿਤ ਦੇ ਬੜੀ ਕਠਿਨ ਵਿਦਿਆ ਹੈ। ਵਿਦਾਂਤ ਉਹਦੇ ਵਿੱਚ ਆਉਂਦਾ ਹੈ, ਗੀਤਾ ਵਿੱਚ ਸਾਂਖ ਵਿਦਾਂਤ, ਕਿਤੇ ਕਿਤੇ ਨਿਆਏ ਯੋਗ, ਤਕਰੀਬਨ ਇਹਨਾਂ ਸਾਰੇ ਸ਼ਾਸਤਰਾਂ ਦੀ ਜਾਣਕਾਰੀ ਆ ਜਾਂਦੀ ਹੈ। ਤੋ ਮਹਾਰਾਜ ਜੀ ਕਹਿਣ ਲੱਗੇ ਪਿਤਾ ਜੀ ਮੈਂ ਸਪਤ ਸ਼ਲੋਕੀ ਗੀਤਾ ਪੜ੍ਹ ਰਿਹਾ। ਅਰਥ ਵਿਚਾਰੋ ਤੇ ਕਰ ਪ੍ਰੀਤਾ। ਔਰ ਮੈਂ ਬੜੀ ਪ੍ਰੀਤ ਨਾਲ ਉਹਦੇ ਅਰਥ ਵਿਚਾਰ ਰਿਹਾ, ਸ਼ਲੋਕ ਪੜ੍ਹ ਕੇ ਨਾ ਉਹਨਾਂ ਦੇ ਅਰਥ ਵਿਚਾਰ ਰਿਹਾ ਹਾਂ। ਜਿਸ ਕੇ ਪੜਨ ਵਿਚਾਰਨ ਕਰਕੇ। ਜਿਸ ਦੇ ਪੜ੍ਹਨੇ ਤੇ ਵਿਚਾਰਨੇ ਕਰਕੇ। ਸ਼ੁਭ ਮਾਰਗ ਪਰ ਹੈ ਹਿਤ ਧਰ ਕੇ। ਸ਼ੁਭ ਮਾਰਗ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਸ਼੍ਰੀ ਮਦ ਭਾਗਵਤ ਗੀਤਾ ਵਿੱਚ ਵੀ ਬਹੁਤ ਗਿਆਨ ਹੈ। ਇਹ ਸਿਮਰਤੀਆਂ 27 ਜਿਹੜੀਆਂ ਸਿਮਰਤੀਆਂ ਨੇ ਨਾ ਹਿੰਦੂ ਵੀਰਾਂ ਦੀਆਂ, ਤਾਂ ਉਹਨਾਂ 27 ਸਿਮਰਤੀਆਂ ਵਿੱਚੋਂ ਇੱਕ ਸਿਮਰਤੀ ਸ਼੍ਰੀ ਮਦ ਭਾਗਵਤ ਗੀਤਾ ਹੈ। ਭਗਵਾਨ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਅਰਜਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ, ਬੜੇ ਕਮਾਲ ਦਾ ਉਪਦੇਸ਼ ਦਿੱਤਾ। ਤੇ ਉਸ ਵਕਤ ਐਸੇ ਪਵਿੱਤਰ ਉਪਦੇਸ਼ ਨੂੰ ਕਹਿੰਦੇ, ਜਦੋਂ ਗੀਤਾ ਦਾ ਉਪਦੇਸ਼ ਦਿੱਤਾ ਨਾ ਅਰਜਨ ਜੀ ਨੂੰ, ਉਹ ਗਿਆਨ ਸੰਪੰਨ ਹੋ ਗਏ। ਕੁਝ ਸਮੇਂ ਬਾਅਦ ਜਦੋਂ ਜੰਗ ਫਤਿਹ ਹੋ ਗਿਆ, ਮਹਾਭਾਰਤ ਸਮਾਪਤ ਤੋਂ ਬਾਅਦ, ਇੱਕ ਦਿਨ ਅਰਜਨ ਜੀ ਕਹਿਣ ਲੱਗੇ ਮਹਾਰਾਜ ਉਹ ਉਪਦੇਸ਼ ਜੋ ਤੁਸੀਂ ਦਿੱਤਾ ਸੀ ਉਹ ਮੈਨੂੰ ਹੁਣ ਵਿਸਰ ਗਿਆ, ਕਿਰਪਾ ਕਰੋ ਦੁਬਾਰਾ ਉਪਦੇਸ਼ ਦਿਓ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਹੁਣ ਤੂੰ ਨਾ ਉਹ ਅਰਜਨ ਆ ਤੇ ਨਾ ਮੈਂ ਉਹ ਕ੍ਰਿਸ਼ਨ ਆ। ਉਹ ਸਮਾਂ ਉਹ ਪਰਿਸਥਿਤੀਆਂ ਉਹ ਸਨ, ਤੇ ਹੁਣ ਮੈਂ ਕਿਵੇਂ ਉਪਦੇਸ਼ ਦਿਆਂ? ਅਰਜਨ ਜੀ ਕਹਿਣ ਲੱਗੇ ਮਹਾਰਾਜ ਮੈਂ ਆ ਮਨੁੱਖ,
ਮੈਂ ਬਾਰ-ਬਾਰ ਭੁੱਲਾਂਗਾ ਤੇ ਤੁਹਾਨੂੰ ਬਾਰ-ਬਾਰ ਉਪਦੇਸ਼ ਦੇ ਕੇ ਮੈਨੂੰ ਯਾਦ ਕਰਾਉਣਾ ਪਵੇਗਾ। ਤੋ ਬਹੁਤ ਉੱਚ ਕੋਟੀ ਦਾ ਗਿਆਨ ਹੈ। ਸਤਿਗੁਰੂ ਜੀ ਕਹਿ ਰਹੇ ਨੇ ਕਿ ਮੈਂ ਉਹ ਪੜ੍ਹਿਆ, ਉਹਦੇ ਵਿੱਚ ਜਿਹੜੀ ਸਪਤ ਸ਼ਲੋਕੀ ਗੀਤ ਹੈ ਉਹ ਪੜ੍ਹ ਰਿਹਾ, ਉਹਦੇ ਸ਼ਲੋਕਾਂ ਦੇ ਅਰਥ ਵਿਚਾਰ ਰਿਹਾ ਤੇ ਵੇਖ ਰਿਹਾ ਵੀ ਕੀ ਗਿਆਨ ਹੈ ਇਹਦੇ ਵਿੱਚ। ਹਾਂਜੀ। ਦੋਹਰਾ ਕਾਲੋ ਉਰ ਅਚਰਜ ਕਰਤ, ਅਚਰਜ ਬਚਨ ਸੁਨੇ ਜੋ। ਪਿਤਾ ਜੀ ਬੜੇ ਹੈਰਾਨ ਹੋਏ। ਸਪਤ ਸ਼ਲੋਕੀ ਬੇਦੀ ਸੀ ਨਾ, ਉਹ ਵੀ ਪੜ੍ਹੇ ਲਿਖੇ ਸੀ। ਇਹ ਤਾਂ ਵੱਡੇ ਵੱਡੇ ਪੰਡਤਾਂ ਨੂੰ ਨਹੀਂ ਸਮਝ ਆਉਂਦੀ ਸਪਤ ਸ਼ਲੋਕੀ ਗੀਤਾ, ਤਾਂ ਇਹ ਬਾਲਕ ਪੜ੍ਹ ਰਿਹਾ ਹੈ। ਬੜੇ ਅਚਰਜ ਭਰੇ ਬੋਲ, ਇਹਨੂੰ ਕਿਵੇਂ ਪਤਾ ਹੈ ਸਪਤ ਸ਼ਲੋਕੀ ਗੀਤਾ? ਸਵਾਲ ਉੱਠਦੇ ਨੇ ਮਨ 'ਚ। ਤੇ ਪਿਤਾ ਜੀ ਬੜੇ ਹੈਰਾਨ ਹੋਏ ਸੁਣ ਕੇ। ਲਖਨੇ ਕੀ ਲਾਲਸ ਲਗੀ, ਕੂਰ ਕੇ ਸਾਚ ਪਨੇ ਜੋ। ਕੋਲ ਬਹਿ ਗਏ ਆ ਕੇ ਪਿਤਾ ਜੀ, ਵਿਖਾਓ। ਜਾਣਨ ਦੀ ਇੱਛਾ ਹੋਈ, ਕਿਤੇ ਝੂਠ ਤੇ ਨਹੀਂ ਬੋਲਦਾ, ਕਿ ਸੱਚ ਬੋਲਦਾ ਕਿ ਝੂਠ ਬੋਲਦਾ। ਇਹਨੂੰ ਪਤਾ ਹੋ ਸਕਦਾ ਘਰੋਂ ਸੁਣ ਲਿਆ ਹੋਵੇ ਕਿਸੇ ਕੋਲ ਵੀ ਇਹ ਸਬਦ ਸ਼ਲੋਕੀ ਗੀਤਾ। ਜਾਣਨ ਲਈ ਪਿਤਾ ਜੀ ਕਿ ਨਾਨਕ ਸੱਚ ਕਹਿ ਰਿਹਾ ਜਾਂ ਉਦਾਂ ਹੀ ਕਹਿ ਰਿਹਾ ਬੱਚਿਆਂ ਵਾਂਗੂ, ਬਾਲਕਾਂ ਵਾਂਗੂ, ਇਹ ਜਾਣਨ ਲਈ ਪਿਤਾ ਜੀ ਕੋਲ ਬਹਿ ਗਏ ਸਤਿਗੁਰਾਂ ਦੇ। ਚੌਪਈ ਮੁਝ ਕੋ ਪੜ ਕਰ ਦੇ ਹੋ ਸੁਨਾਈ। ਪਿਤਾ ਜੀ ਪੜ੍ਹੇ ਹੋਏ ਬੇਦੀ ਸੀ ਨਾ, ਵੇਦ ਪੜ੍ਹੇ ਹੋਏ ਸਨ ਉਹਨਾਂ ਨੇ। ਕਹਿਣ ਲੱਗੇ ਪੁੱਤਰ ਜੀ ਫਿਰ ਮੈਨੂੰ ਵੀ ਸ਼ਲੋਕ ਸੁਣਾਓ ਇਹਦੇ 'ਚ ਜਿਹੜੇ ਲਿਖੇ ਨੇ। ਪੜ੍ਹ ਕੇ ਫਿਰ ਉਹਨਾਂ ਦੇ ਅਰਥ ਕਰਕੇ ਸੁਣਾਓ। ਅਰਥ ਪਨੋ ਜੋ ਪਰ ਹੈ ਲਖਾਈ। ਕਹਿੰਦੇ ਇਹਦੇ ਅਰਥ ਕਰਕੇ ਸੁਣਾਓ ਜਿਹੜੇ ਤੁਸੀਂ ਜਾਣੇ ਹਨ। ਸੁਨ ਪਿਤ ਕੀ ਬਾਣੀ ਸੁਖ ਖਾਨੀ। ਜਦੋਂ ਪਿਤਾ ਜੀ ਦੇ ਬਚਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸੁਣੇ, ਅਰਥ ਕਹਿਤ ਭੇਜੇ ਦੁਖ ਹਾਨੀ। ਮਹਾਰਾਜ ਜੀ ਅਰਥ ਕਹਿਣ ਲੱਗੇ। ਜੋ ਸ਼ਲੋਕਾਂ ਦੇ ਅਰਥ ਸਨ ਉਹ ਅਰਥ ਗੁਰਦੇਵ ਜੀ ਸੁਣਾਉਣ ਲੱਗੇ, ਜਿਨ੍ਹਾਂ ਨੂੰ ਸੁਣ ਕੇ ਦੁੱਖ ਦੂਰ ਹੁੰਦੇ ਨੇ। ਅਰਥ ਬਖਾਨਿਓ ਸਤਿਗੁਰ ਪੂਰੇ। ਪਾਤਸ਼ਾਹ ਜੀ ਨੇ ਪੂਰੇ ਅਰਥ ਕਰਕੇ ਸੁਣਾ ਦਿੱਤੇ। ਹਾਲਾਂਕਿ ਸੰਸਕ੍ਰਿਤ ਦਾ ਸ਼ਲੋਕ ਉਚਾਰਨਾ ਵੀ ਬਹੁਤ ਔਖਾ ਹੁੰਦਾ ਹੈ, ਉਹਦਾ ਉਚਾਰਨ ਹੀ ਬਹੁਤ ਔਖਾ ਹੁੰਦਾ ਹੈ। ਸੰਸਕ੍ਰਿਤ ਨੂੰ ਸਿੱਖਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ, ਬਹੁਤ ਸਾਰੇ ਸੂਤਰ ਯਾਦ ਕਰਨੇ ਪੈਂਦੇ ਆ, ਰਟਣੇ ਪੈਂਦੇ ਆ, ਉਹਨਾਂ ਦੀਆਂ ਵਿਭਕਤੀਆਂ ਚੇਤੇ ਕਰਨੀਆਂ ਪੈਂਦੀਆਂ, ਨਿਰੁਕਤ ਚੇਤੇ ਕਰਨਾ ਪੈਂਦਾ। ਆਮ ਕਰਕੇ ਇੱਧਰ ਜਿਹੜੇ ਪੰਜਾਬ ਦੇ ਇਲਾਕੇ ਦੇ ਨੇੜੇ ਦੇ ਰਹਿਣ ਵਾਲੇ ਸੰਸਕ੍ਰਿਤ ਸਿੱਖ ਵੀ ਲੈਣ ਤੇ ਉਧਰ ਬਨਾਰਸ ਵਾਲੇ ਪਾਸੇ ਉਹਨਾਂ ਨੂੰ ਮੰਨਦੇ ਹੀ ਨਹੀਂ ਹਨ। ਉਹ ਕਹਿੰਦੇ ਉਸ ਪਾਸੇ ਪੰਜਾਬੀ ਬੋਲਣੇ ਕਰਕੇ ਇਹ ਸਾਡੇ ਵਾਂਗੂ ਸ਼ੁੱਧ ਸੰਸਕ੍ਰਿਤ ਉਚਾਰ ਹੀ ਨਹੀਂ ਸਕਦੇ। ਜਿਵੇਂ ਸਾਡੀ ਗੁਰਬਾਣੀ ਨੂੰ ਉਹ ਸ਼ੁੱਧ ਤਰੀਕੇ ਨਾਲ ਉਸ ਢੰਗ ਨਾਲ ਨਹੀਂ ਉਚਾਰ ਸਕਦੇ ਜਿੰਨਾ ਅਸੀਂ ਉਚਾਰਨ ਕਰ ਸਕਦੇ ਹਾਂ। ਉਹ ਤਾਂ ਜੇ ਉਹਨਾਂ ਨੇ ਪਾਠੀ ਲਾਣੇ ਹੁੰਦੇ ਆ, ਜਦੋਂ ਵੇਦ ਵਗੈਰਾ ਮੰਤਰ ਪੜ੍ਹਦੇ ਆ, ਤਾਂ ਉਹ ਹੋਰ ਆਲੇ ਦੁਆਲੇ ਦਿਆਂ ਨੂੰ ਪਾਠੀ ਵੀ ਨਹੀਂ ਲਾਉਂਦੇ। ਉਹ ਇਤਨੀ ਸੁਧਾਈ ਦੇ ਨਾਲ ਉਹ ਸ਼ਲੋਕ ਜਿਹੜੇ ਨੇ ਉਹਨਾਂ ਦਾ ਉਚਾਰਨ ਹੁੰਦਾ ਹੈ। ਸਤਿਗੁਰੂ ਜੀ ਇੱਦਾਂ ਉਚਾਰ ਰਹੇ ਨੇ, ਪਿਤਾ ਜੀ ਸੁਣ ਕੇ ਹੈਰਾਨ ਹੋ ਗਏ। ਫਿਰ ਉਹਦੇ ਅਰਥ ਵੀ ਕਰਕੇ ਸੁਣਾਏ, ਉਹਦੀਆਂ ਵਿਭਗਤੀਆਂ ਦੱਸੀਆਂ, ਉਹਦਾ ਨਿਰੁਕਤ ਦੱਸਿਆ। ਪਿਤਾ ਜੀ ਸੁਣ ਸੁਣ ਕੇ ਹੈਰਾਨ ਹੋ ਰਹੇ ਹਨ। ਇਹ ਕੀ ਹੋ ਰਿਹਾ ਹੈ? ਕਿਤੇ ਪੜ੍ਹੇ ਨਹੀਂ ਹਨ, ਇਹ ਕਿਤੋਂ ਸਿੱਖ ਕੇ ਨਹੀਂ ਆਏ ਹਨ। ਫਿਰ ਸੰਸਕ੍ਰਿਤ ਦੇ ਉਹ ਸ਼ਲੋਕ ਜਿਨ੍ਹਾਂ ਨੂੰ ਜਾਣਨੇ ਵਾਸਤੇ ਕਈ ਸਾਲ ਪੜ੍ਹਨਾ ਪੈਂਦਾ ਹੈ, ਇਹ ਬਿਨਾਂ ਪੜ੍ਹਿਆ ਹੀ ਪੜ੍ਹ ਰਹੇ ਹਨ। ਭਵ ਤਾਰਨ ਕੋ ਜਿਹੇ ਪਦ ਰੂਰੇ। ਮਨ 'ਚ ਜਾਣ ਰਹੇ ਨੇ ਕਿ ਸੰਸਾਰ ਨੂੰ ਤਾਰਨ ਵਾਸਤੇ ਜਿਹੜੇ ਸੁੰਦਰ ਅਰਥ ਨੇ ਉਹ ਅਰਥੇ ਕਰ ਰਹੇ ਹਨ। ਬਚਨ ਬਦਤ ਅਦਭੁਤ ਲਗ ਗੀਤਾ। ਔਰ ਛੋਟੀ ਗੀਤਾ ਸਬਤ ਸ਼ਲੋਕੀ ਗੀਤਾ ਦੇ ਅਦਭੁਤ ਬਚਨਾਂ ਨੂੰ ਇਹ ਸੁਣਾ ਰਹੇ ਨੇ। ਸੁਨਤ ਤਾਤ ਮ੍ਰਿਗ ਘੰਟਕ ਪ੍ਰੀਤਾ। ਕਹਿੰਦੇ ਜਿਵੇਂ ਘੰਡੇ ਹੇੜੇ ਦੀ ਆਵਾਜ਼ ਸੁਣ ਕੇ ਹਿਰਨ ਨਹੀਂ ਇੱਕ ਟਕੀ ਲਾ ਕੇ ਖਲੋ ਜਾਂਦਾ, ਏਦਾਂ ਪਿਤਾ ਜੀ ਸਤਿਗੁਰਾਂ ਦੇ ਬਚਨ ਸੁਣ ਕੇ ਇੱਕ ਟਕੀ ਲਾ ਕੇ ਖਲੋ ਗਏ। ਭੁੱਲ ਗਏ ਸਭ ਕੁਝ, ਕਿਹੜਾ ਕੰਮ ਕਰਨਾ ਸੀ। ਜਿਉਂ ਸੁਣਨ ਲੱਗੇ ਸਤਿਗੁਰੂ ਜੀ ਬੋਲ ਰਹੇ ਨੇ, ਪਿਤਾ ਜੀ ਬੈਠੇ ਮੰਤਰ ਮੁਗਧ ਹੋ ਕੇ ਸੁਣ ਰਹੇ ਨੇ। ਪ੍ਰਥਮ ਪਾਠ ਕਰ ਪਰਮ ਪ੍ਰਬੀਨਾ। ਸਤਿਗੁਰੂ ਜੀ ਨੇ ਪਹਿਲਾਂ ਉਹਨਾਂ ਸ਼ਲੋਕਾਂ ਦਾ ਪਾਠ ਕੀਤਾ, ਜਿਹੜੇ ਉਹ ਸਪਤ ਸ਼ਲੋਕ ਸੀ ਨਾ, ਪਹਿਲਾਂ ਉਹ ਸ਼ਲੋਕ ਪੜ੍ਹੇ, ਪੜ੍ਹ ਕੇ ਸੁਣਾਏ। ਗਿਰਾ ਮਧੁਰ ਸੁੰਦਰ ਰਸ ਲੀਨਾ। ਤੇ ਬੜੀ ਪਿਆਰੀ ਮਿਠਾਸ, ਉਚਾਰਨ ਬੜਾ ਸੁੰਦਰ,
ਬੜੇ ਸੋਹਣੇ ਢੰਗ ਨਾਲ ਮਹਾਰਾਜ ਜੀ ਨੇ ਮਿਠਾਸ ਵਿੱਚ ਉਹ ਬਚਨ ਉਚਾਰੇ। ਬਾਹਰ ਅਰਥ ਕਰ ਸਭ ਸਮਝਾਇਓ, ਫਿਰ ਉਹਨਾਂ ਸ਼ਲੋਕਾਂ ਦੇ ਅਰਥ ਕਰਕੇ ਪਿਤਾ ਜੀ ਨੂੰ ਸਮਝਾਏ। ਤਾਤ ਪਰ ਜੋ ਤਿਹ ਮਹਿ ਪਾਇਓ, ਜਿਨ੍ਹਾਂ ਵਿੱਚ ਸੋਹਣਾ ਤਾਤ ਪਰਜ ਸੀ। ਪਿਤਾ ਜੀ ਨੇ ਕਿਸੇ ਦੁਨੀਆ ਦੇ ਟੀਕੇ ਚੋਂ ਅਰਥ ਨਹੀਂ ਸਨ ਪੜ੍ਹੇ, ਦੁਨੀਆ ਦੇ ਕਿਸੇ ਵਿਆਖਿਆਕਾਰ ਕੋਲੋਂ ਅਰਥ ਪਿਤਾ ਜੀ ਨੇ ਨਹੀਂ ਸੀ ਸੁਣੇ। ਬੇਦੀ ਸੀ, ਪੜ੍ਹਦੇ ਹੀ ਜ਼ਿੰਦਗੀ ਲੰਘੀ ਆ ਸਾਰੀ। ਜਿਹੜੇ ਅਰਥ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਸਰਵਣ ਕਰਵਾਏ ਹਨ, ਜਿਹੜੀ ਵਿਆਖਿਆ ਮੇਰੇ ਪਾਤਸ਼ਾਹ ਨੇ ਕੀਤੀ ਹੈ ਨਾ, ਪਿਤਾ ਜੀ ਨੇ ਅੱਜ ਤੋਂ ਪਹਿਲਾਂ ਕਦੇ ਨਹੀਂ ਸੀ ਸੁਣੀ। ਸੁਨ ਕਰ ਕਾਲੂ ਕਰਤ ਵਿਚਾਰਾ, ਸੁਣ ਕੇ ਪਿਤਾ ਮਹਿਤਾ ਕਾਲੂ ਜੀ ਵਿਚਾਰ ਕਰਦੇ ਹਨ। ਪੁਨ ਪਾਂਦੇ ਕੋ ਬਚਨ ਚਿਤਾਰਾ, ਮਨ 'ਚ ਯਾਦ ਆਈ ਪਾਂਦੇ ਦੀਆਂ ਗੱਲਾਂ ਜਿਹੜੀਆਂ ਉਹਨੇ ਦਿਨੇ ਕਹੀਆਂ ਸੀ, ਜੋ ਪਾਂਦੇ ਨੇ ਕਿਹਾ ਸੀ। ਸਤ ਬਦਤ ਮਤ ਮਿਤਿਆਤਿਆਂ ਕੀ, ਕਹਿਣ ਲੱਗਾ ਕਿ ਵਾਕਈ ਪਾਂਦਾ ਸੱਚ ਕਹਿੰਦਾ ਸੀ। ਇਹ ਤਾਂ ਵਾਕਈ ਪੜ੍ਹੇ ਹੋਏ ਨੇ, ਇਹਨਾਂ ਨੂੰ ਕੌਣ ਪੜ੍ਹਾਵੇ, ਇਹ ਤਾਂ ਵਾਕਈ ਪੜ੍ਹੇ ਹੋਏ ਨੇ। ਏਦਾਂ ਪਿਤਾ ਜੀ ਨੇ ਜਾਣ ਲਿਆ ਵੀ ਪਾਂਦਾ ਸੱਚ ਕਹਿੰਦਾ ਸੀ ਕੱਲ। ਬੈ ਲਗ ਮਹਿ ਏਤੀ ਮਤ ਕਾਂ ਕੀ, ਛੋਟੀ ਉਮਰ ਦੇ ਵਿੱਚ ਇੰਨੀ ਮਤ ਕਿਹਦੀ ਹੋ ਸਕਦੀ ਵੀ 7 ਸਾਲਾਂ ਦਾ ਬੱਚਾ ਸਪਤ ਸ਼ਲੋਕੀ ਗੀਤ ਆ ਉਹ ਵੀ ਬਿਨਾਂ ਕਿਸੇ ਪੜ੍ਹਾਇਆ ਪੜ੍ਹ ਰਿਹਾ। ਕਹਿੰਦਾ ਬਾਲ ਅਵਸਥਾ ਵਿੱਚ ਇੰਨੀ ਮਤ ਕਿਹਦੀ ਹੋ ਸਕਦੀ ਹੈ। ਦੋਹਰਾ ਜਨਕ ਗਇਓ ਸੁਨ ਕਰ ਸਦਨ, ਨਾਨਕ ਜਨਨੀ ਸੰਗ। ਤੇ ਪਿਤਾ ਜੀ ਨੇ ਸੁਣਿਆ ਤੇ ਹੈਰਾਨ ਵੀ ਹੋਏ, ਤੇ ਅੰਦਰ ਗਏ ਕਮਰੇ 'ਚ ਮਹਿਲਾਂ 'ਚ, ਤੇ ਮਾਤਾ ਜੀ ਦੇ ਨਾਲ ਜਾ ਕੇ ਮਾਤਾ ਤ੍ਰਿਪਤਾ ਜੀ ਨਾਲ ਬਚਨ ਕਰਨ ਲੱਗੇ। ਬਚਨਨ ਸੋ ਵਰਣਨ ਕਰੀ, ਸਭ ਬਿਦਰਿਦੇ ਉਮੰਗ। ਔਰ ਆਪਣੇ ਹਿਰਦੇ ਦੀ ਖੁਸ਼ੀ ਵੀ ਪ੍ਰਗਟ ਕੀਤੀ, ਸੋ ਖੁਸ਼ ਵੀ ਹੋਏ ਸੁਣ ਕੇ, ਤੇ ਆਪਣੀ ਖੁਸ਼ੀ ਮਾਤਾ ਜੀ ਅੱਗੇ ਵਰਣਨ ਕਰਕੇ ਸੁਣਾਈ। ਚੌਪਈ ਪ੍ਰਥਮ ਜੋਤ ਕੀ ਗੁਣ ਗਨ ਗਾਏ, ਆਖਿਆ ਜਿਵੇਂ ਪਹਿਲਾਂ ਪੰਡਤ ਰਦਿਆਲ ਨੇ ਗੁਣ ਕਹੇ ਸੀ ਨਾਨਕ ਦੇ। ਸ਼ੁਭ ਲੱਛਣ ਸਭ ਅੰਗ ਬਤਾਏ, ਉਹਨੇ ਸਾਰੇ ਸ਼ੁਭ ਲੱਛਣ ਇਹਨਾਂ ਦੇ ਅੰਗਾਂ ਦੇ ਦੱਸੇ ਸਨ। ਉਨ ਪਾਂਦੇ ਗੋਪਾਲ ਬਖਾਨਾ, ਫਿਰ ਗੋਪਾਲ ਪਾਂਦੇ ਨੇ ਸਿਫਤਾਂ ਕੀਤੀਆਂ ਨੇ ਇਹਨਾਂ ਦੀਆਂ। ਸੁਤ ਤੁਮਰੋ ਅਤਸ਼ੈ ਮਤਵਾਨਾ, ਉਹ ਕਹਿੰਦਾ ਤੁਹਾਡਾ ਪੁੱਤਰ ਬੜਾ ਮਤਵਾਨ ਹੈ, ਬੁੱਧੀਮਾਨ ਹੈ। ਅਬ ਬਾਰਿਕ ਮੈਂ ਕਾਗਦ ਲੀਨੇ, ਆ ਵੇਖੋ ਹੁਣੇ ਮੈਂ ਵੇਖ ਕੇ ਆਇਆ, ਹੱਥਾਂ ਵਿੱਚ ਕਾਗਜ਼ ਫੜੇ ਨੇ। ਖੇਲਤ ਹੁ ਤੋ ਪ੍ਰੀਤ ਚਿਤ ਚੀਨੇ, ਖੇਡਦਾ ਸੀ ਕਾਗਜ਼ਾਂ ਨਾਲ ਬੜੇ ਪਿਆਰ ਨਾਲ। ਮੈਂ ਬੂਝਿਓ ਕਿਆ ਖੇਲ ਹੋ ਤਾਤਾ, ਮੈਂ ਪੁੱਛਿਆ ਪੁੱਤਰ ਨਾਨਕ ਕੀ ਖੇਡਦਾ ਹੈ ਤੇ ਕੀ ਪੜ੍ਹਦਾ ਹੈ। ਸੁੰਦਰ ਗਿਰਾ ਕਹੀ ਸੁਖ ਦਾਤਾ, ਤੇ ਮੈਨੂੰ ਕਹਿੰਦੇ ਬੜੇ ਪਿਆਰ ਦੇ ਨਾਲ ਜਵਾਬ ਦਿੰਦੇ, ਸਪਤ ਸ਼ਲੋਕੀ ਗੀਤਾ ਭਾਖੀ। ਕਿ ਮੈਂ ਸਪਤ ਸ਼ਲੋਕੀ ਗੀਤਾ ਪੜ੍ਹ ਰਿਹਾ। ਜਨ ਪੰਡਿਤ ਤੇ ਪੜ ਕਰ ਰਾਖੀ, ਏਦਾਂ ਗੀਤਾ ਸੁਣਾਈ ਹੈ ਤ੍ਰਿਪਤਾ, ਤੈਨੂੰ ਕੀ ਦੱਸਾਂ, ਜਿਵੇਂ ਮਾਨੋ ਕਿਸੇ ਪੰਡਤ ਕੋਲੋਂ ਪੜ੍ਹ ਕੇ ਆਇਆ ਹੋਵੇ। ਅਬ ਤੋ ਮਤ ਗੁਣਵਾਨਨ ਜੈਸੀ, ਹੁਣ ਤਾਂ ਨਾਨਕ ਦੀ ਮਤ ਬੜੀ ਗੁਣਵਾਨਾਂ ਵਾਲੀ ਹੈ, ਬੜਾ ਸਿਆਣਾ ਹੈ ਨਾਨਕ। ਵੱਡੇ ਹੋਏ ਕਿਆ ਜਾਣਹਿ ਕੈਸੀ, ਹੁਣ ਜਦੋਂ ਵੱਡਾ ਹੋਵੇਗਾ ਪਤਾ ਨਹੀਂ ਕੀ ਕਰੇਗਾ। ਹੁਣ ਤਾਂ ਹਾਲੇ ਤੱਕ ਤਾਂ ਠੀਕ ਹੈ ਕੰਮ, ਪਿਤਾ ਜੀ ਕਹਿੰਦੇ ਜਦੋਂ ਵੱਡਾ ਹੋਵੇਗਾ ਖਬਰੇ ਕਿੱਦਾਂ ਦੀ ਮੱਤ ਹੋਵੇਗੀ ਇਹਦੀ, ਉਹ ਤਾਂ ਹੁਣ ਬਾਅਦ ਚ ਹੀ ਪਤਾ ਲੱਗੇਗਾ। ਸੁਨ ਪੁਨ ਕਹਿਤ ਪਈ ਗੁਰ ਮਾਤਾ, ਸੁਣ ਕੇ ਅੱਗੋਂ ਮਾਤਾ ਜੀ ਬੋਲੇ, ਸ਼ੁਭ ਲੱਛਣ ਇਸ ਮੈਂ ਬਖਿਆਤਾ। ਮਾਤਾ ਜੀ ਕਹਿੰਦੇ ਹਾਂ ਪਤੀ ਦੇਵ ਜੀ ਇਹਦੇ ਸਾਰੇ ਸ਼ੁਭ ਲੱਛਣ ਹਨ। ਵਦਨ ਪ੍ਰਸੰਨ ਕਮਲ ਜਿਮ ਬਿਕਸਾ, ਜਦੋਂ ਇਹਨਾਂ ਦਾ ਜਨਮ ਹੋਇਆ ਉਦੋਂ ਵੀ ਇਹਨਾਂ ਦਾ ਚਿਹਰਾ ਖਿੜਿਆ ਹੋਇਆ ਸੀ ਕਮਲ ਦੇ ਫੁੱਲ ਵਾਂਗੂ। ਰੋਦਨ ਸ਼ਬਦਨ ਮੁਖ ਤੇ ਨਿਕਸਾ, ਇਹ ਰੋਏ ਨਹੀਂ ਸਨ, ਆਮ ਬੱਚੇ ਰੋਂਦੇ ਨੇ ਰੁਦਨ ਨਹੀਂ ਕੀਤਾ। ਸਿਸ ਮੈਂ ਖੇਲਤ ਦੇਤ ਨਗਾਰੀ, ਜਦੋਂ ਬੱਚਿਆਂ ਵਿੱਚ ਖੇਡਦੇ ਨੇ ਆਮ ਬੱਚੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ, ਪਰ ਇਹਨਾਂ ਨੂੰ ਕਦੇ ਕਿਸੇ ਬੱਚੇ ਨੂੰ ਗਾਲ ਕੱਢਦਿਆਂ ਨਹੀਂ ਸੁਣਿਆ। ਲੜਿਓ ਨਾ ਕਿਸ ਸਿਓ ਮਧੁਰਿਓ ਚਾਰੀ, ਨਾ ਹੀ ਕਦੇ ਕਿਸੇ ਬੱਚੇ ਨਾਲ ਲੜੇ ਨੇ, ਸਭ ਨਾਲ ਮਿੱਠਾ ਮਿੱਠਾ ਬੋਲਦੇ ਨੇ ਤੇ ਖੇਡਦੇ ਨੇ। ਨਰ ਨਾਰੀ ਸਭ ਕਰਤ ਵਡਾਈ, ਜਿੰਨੇ ਨਰ ਨਾਰੀਆਂ ਨੇ ਸਾਰੇ ਦੀ ਵਡਿਆਈ ਕਰਦੇ ਹਨ। ਸੰਗ ਫਿਰ ਹੈ ਬਾਰਿਕ ਬਰਿਆਈ, ਔਰ ਜ਼ਬਰਦਸਤੀ ਬੱਚੇ ਇਹਨਾਂ ਦੇ ਪਿੱਛੇ ਪਿੱਛੇ ਨਾਲ ਨਾਲ ਫਿਰਦੇ ਨੇ। ਬ੍ਰਿਧ ਨਰਨ ਜੋ ਪਨ ਹੈ ਕਹਾਣੀ, ਜਿਵੇਂ ਕੋਈ ਬੁੱਢਾ ਗੱਲਾਂ ਕਰਦਾ ਹੁੰਦਾ ਏਦਾਂ ਇਹ ਗੱਲਾਂ ਕਰਦੇ ਹਨ। ਬਾਲ ਬਿਸਾਲ ਸੁਨੈ ਹਿਤ ਠਾਨੀ, ਇਹਨਾਂ ਦੇ ਨਾਲ ਦੇ ਬੱਚੇ ਬੜੇ ਹਿੱਤ ਨਾਲ ਇਹਨਾਂ ਦੀਆਂ ਗੱਲਾਂ ਸੁਣਦੇ ਨੇ। ਮਾਤ ਪਿਤਾ ਸੁਤ ਉਸਤਤ ਕਹਿ ਕਰ, ਏਦਾਂ ਮਾਤਾ ਪਿਤਾ ਦੋਵੇਂ ਸਤਿਗੁਰਾਂ
ਗੁਰਾਂ ਦੀ ਉਸਤਤ ਕਰ ਰਹੇ ਨੇ ਔਰ ਆਮੋਦ ਸੰਗ ਭੇ ਗਹਿਵਰ ਔਰ ਹਿਰਦੇ 'ਚ ਬੜੀ ਖੁਸ਼ੀ ਤੇ ਆਨੰਦ ਹੈ। ਉਤ ਸ਼੍ਰੀ ਨਾਨਕ ਖੇਲ ਮਚਾਵਤ ਉਧਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਖੇਡਾਂ ਖੇਡ ਰਹੇ ਹਨ। ਤਲਵੰਡੀ ਕੀ ਬੀਥੀ ਧਾਵਤ ਰਾਏ ਭੋਏ ਦੀਆਂ ਤਲਵੰਡੀ ਦੀਆਂ ਗਲੀਆਂ 'ਚ ਭੱਜ ਭੱਜ ਜਾਂਦੇ ਐ, ਉਥੋਂ ਦਾ ਜ਼ਰਰਾ ਜ਼ਰਰਾ ਪਵਿੱਤਰ ਕਰਦੇ ਆ, ਧਰਤੀ ਪੁਲਕ ਪੁਲਕ ਜਾਂਦੀ ਐ ਕਿ ਮੇਰੇ ਸਾਹਿਬ ਮੈਨੂੰ ਧੀਰਜ ਦੇਣ ਆਏ, ਆਪਣੇ ਚਰਨਾਂ ਨਾਲ ਮੈਨੂੰ ਪਾਵਨ ਤੇ ਪਵਿੱਤਰ ਕਰ ਰਹੇ ਹਨ। ਜਗਤ ਗੁਰੂ ਬਾਬਾ ਜੀ ਦੀਆਂ ਸਿਫਤਾਂ ਵਡਿਆਈਆਂ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, 11 ਨਵੰਬਰ ਸਨ 1709 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਮੁੱਚੇ ਖਾਲਸੇ ਪੰਥ ਨੇ ਸਮਾਣਾ ਫਤਿਹ ਕੀਤਾ ਸੀ। ਉਹ ਸਮਾਣਾ ਸ਼ਹਿਰ ਜਿਹਦੇ ਵਿੱਚ 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਲਾ ਜਲਾਦ ਰਹਿੰਦਾ ਸੀ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਾਨੀ ਖਾਂ ਮਾਨੀ ਖਾਂ ਵਰਗੇ ਜਲਾਦ ਰਹਿੰਦੇ ਸਨ। ਉਹਨਾਂ ਜਲਾਦਾਂ ਨੂੰ ਸੋਧਾ ਲਾ ਕੇ ਸਮਾਣੇ ਤੇ ਫਤਿਹ ਪ੍ਰਾਪਤ ਕੀਤੀ। ਸਮਾਣੇ ਦਾ ਉਹ ਫਤਿਹ ਦਾ ਦਿਨ 11 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਮਾਣੇ ਗੁਰਦੁਆਰਾ ਥੜਾ ਸਾਹਿਬ ਵਿਖੇ ਮਨਾਏ ਜਾ ਰਹੇ ਹਨ। 7 ਤਰੀਕ ਨੂੰ ਪਿੰਡ ਦੋਦੜੇ ਤੋਂ ਗੁਰਦੁਆਰਾ ਥੜਾ ਸਾਹਿਬ ਤੱਕ ਇੱਕ ਵਿਸ਼ਾਲ ਫਤਿਹ ਮਾਰਚ ਪ੍ਰਾਰੰਭ ਹੋਵੇਗਾ। ਨਿਸ਼ਾਨਾ ਨਗਾਰਿਆਂ ਘੋੜਿਆਂ ਦੀ ਔਰ ਸਮੁੱਚੇ ਪੰਥ ਦੀ ਸੰਗਤ ਦੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ। ਔਰ ਸ਼ਾਮ ਨੂੰ 7 ਤਰੀਕ ਨੂੰ ਗੱਤਕਾ ਮੁਕਾਬਲੇ ਹੋਣਗੇ। ਔਰ 11 ਤਰੀਕ ਨੂੰ ਸੁਬਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਤਕਰੀਬਨ ਦੁਪਹਿਰ ਦੇ 3 ਵਜੇ ਤੱਕ ਜਾਂ 2 ਵਜੇ ਤੱਕ ਦੀਵਾਨ ਸਜਣਗੇ। ਜਿਨ੍ਹਾਂ ਸਜੇ ਹੋਏ ਦੀਵਾਨਾਂ 'ਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਤੋਂ ਇਲਾਵਾ ਪੰਥ ਦੇ ਪ੍ਰਸਿੱਧ ਢਾਡੀ ਸਿੰਘ ਤੇ ਵਿਦਵਾਨ ਗਿਆਨੀ ਸਿੰਘ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਗੁਰਦੁਆਰਾ ਥੜਾ ਸਾਹਿਬ ਸਮਾਣੇ ਵਿਖੇ 7 ਤਰੀਕ ਨੂੰ ਔਰ 11 ਤਰੀਕ ਨੂੰ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 हे अच्युत हे पार ब्रह्म अविनाशी अगनास हे पूरन हे सर्वमय दुख पंजन गुणतास हे संगी हे निरंकार हे निर्गुण सब टेक हे गोविंद हे गुण निधान जाकै सदा विवेक हे अपरंपर हर हरे पी होवन हार हे संतह कै सदा संग धारा आधार हे ठाकुर हों दासरो निर्गुण गुण नहीं कोई नानक दीजै नाम दान राखो हिया परो आए प्रभ शरणागति कृपा नित दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु जी का खालसा वाहिगुरु जी की फतेह।
ਵਾਹਿਗੁਰੂ ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ